ਅੱਜ ਦਾ प्रोग्राम बड़ा यूनीक प्रोग्राम है। ज़रूरी तहकीक एक हमेशा चलते रहने वाले अमल का नाम है। ਅਮਲੀ ਤੌਰ ਤੇ ਦੇਖੀਏ ਕਿ ਸਾਡੇ ਅਡਾਪਟਡ ਫਾਰਮਾਂ ਤੇ ਕੀ ਹੋ ਰਿਹਾ। ਸਾਡੇ ਸਾਇੰਸਦਾਨਾਂ ਦੇ ਨਾਲ ਤੁਹਾਡੀ ਅੱਜ ਮੁਲਾਕਾਤ ਕਰਵਾਉਂਦੇ ਆ। ਸਾਡੇ ਕੋਲ ਇਸ ਵਕਤ ਟੋਟਲ ਪੂਰੇ ਪੰਜਾਬ ਦੇ ਵਿੱਚ 45 ਫਾਰਮ 11 ਫਾਰਮ ਐਸੇ ਨੇ ਮੁਖਤਸ ਨੇ ਜਿਹੜੇ ਸਾਡੇ ਅਡਾਪਟਿਵ ਰਿਸਰਚ ਦੇ ਨੇ। ਇੱਥੇ ਰਾਈਸ ਜ਼ਿਆਦਾ ਏਰੀਆਜ਼ ਦੇ ਉੱਪਰ ਕਾਸ਼ ਕੀਤੀ ਜਾਂਦੀ ਆ। ਉਹਨਾਂ ਜ਼ਿਲ੍ਹਿਆਂ ਦੇ ਵਿੱਚ ਅਸੀਂ 50% ਸਬਸਿਡੀ ਦੇ ਉੱਪਰ ਜ਼ਿਮੀਂਦਾਰਾਂ ਨੂੰ ਰਾਈਸ ਟ੍ਰਾਂਸਪਲਾਂਟਰ ਜਿਹੜੇ ਆ ਅਸੀਂ ਦੇ ਰਹੇ ਹਾਂ। ਇਹ ਟਮਾਟਰ ਲੱਗੇ ਨੇ ਜਿਹੜੇ ਅਯੂਬ ਰਿਸਰਚ ਦੇ ਲੋਕ ਕਹਿ ਰਹੇ ਨੇ ਕਿ ਜਨਾਬ ਇਹ ਬੜਾ ਬੈਸਟ ਫੀਲਡਿੰਗ ਹੈ। ਇੱਕ ਪੌਦੇ ਤੋਂ ਅਸੀਂ ਇਹਦੇ ਤੋਂ 6 ਤੋਂ 8 ਕਿਲੋ ਤੱਕ ਵੀ ਇਹ ਟਮਾਟਰ ਜਿਹੜਾ ਅਸੀਂ ਨੇ ਜੀ ਇਹਦੇ ਤੋਂ ਹਾਸਲ ਕਰ ਸਕਦੇ ਹਾਂ। ਇਹ ਜਿਹੜੀ ਮਸ਼ੀਨ ਹੈ ਨਾ ਜੀ, ਇਹਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੁੰਦਾ ਹੈ ਕਿ ਤੁਸੀਂ ਪੌਦੇ ਤੋਂ ਪੌਦੇ ਦਾ ਫਾਸਲਾ ਤਬਦੀਲ ਕਰਕੇ ਤੁਸੀਂ ਆਪਣੇ ਪੌਦਿਆਂ ਦੀ ਤਾਦਾਦ ਨੂੰ ਵੱਧ ਘੱਟ ਕਰ ਸਕਦੇ ਹੋ। ਜ਼ਰਾਅਤ ਨੂੰ ਬਿਹਤਰ ਕਰ ਲੈਣਾ ਹੀ ਸਾਡੀ ਵੀ ਬਚਤ ਹੈ ਔਰ ਕੌਮੀ ਬਚਤ ਵੀ ਹੈ। बिस्मिल्लाहिर्रहमानिर्रहीम। ज़राअत से खुराक तक प्रोग्राम के नाल थोड़ा मेज़बान सईद मुगल। अज दा प्रोग्राम बड़ा यूनीक प्रोग्राम है। ज़रूरी तहकीक एक हमेशा चलते रहने वाले अमल का नाम है और जिन्ना चिर ज़रूरी तहकीक नू फार्मर्स तक नहीं पहुँचाया जाता उन्ना चिर मैं समझना वा कि वो प्रॉपर समरात नहीं मिल सकते। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਸਾਡਾ ਐਡਾਪਟਿਵ ਰਿਸਰਚ ਡਿਪਾਰਟਮੈਂਟ ਦੇ ਨਾਲ ਹੈ। ਐਡਾਪਟਿਵ ਰਿਸਰਚ ਡਿਪਾਰਟਮੈਂਟ ਇੱਕ ਟਰਾਈਕਾ ਹੈ। ਸਾਇੰਟਿਸਟ, ਐਕਸਟੈਂਸ਼ਨ ਡਿਪਾਰਟਮੈਂਟ ਔਰ ਫਾਰਮਰਸ ਇੱਥੇ ਐਸਾ ਟਰਾਈਕਾ ਹੈ ਕਿ ਜਿੰਨੀ ਵੀ ਤਹਿਕੀਕ ਕੀਤੀ ਗਈ ਹੈ ਕਾਸ਼ਤਕਾਰਾਂ ਤੱਕ ਪਹੁੰਚਾਉਣ ਵਾਸਤੇ ਸਾਡਾ ਐਕਸਟੈਂਸ਼ਨ ਡਿਪਾਰਟਮੈਂਟ ਆਪਣਾ ਰੋਲ ਪਲੇ ਕਰਦਾ ਹੈ, ਉਹਨਾਂ ਤੱਕ ਪਹੁੰਚਾਉਂਦਾ ਹੈ। ਔਰ ਇਹਦੇ ਨਾਲ ਨਾਲ ਐਡਾਪਟਿਵ ਰਿਸਰਚ ਬਾਕਾਇਦਾ ਤੌਰ 'ਤੇ ਇੱਕ ਡਿਸਪਲੇ ਸੈਂਟਰ ਹੈ। ਅੱਜ ਦਾ ਪ੍ਰੋਗਰਾਮ ਦੀ ਰਿਕਾਰਡਿੰਗ ਵਾਸਤੇ ਅਸੀਂ ਚੌਧਰੀ ਮੁਸ਼ਤਾਕ ਸਾਹਿਬ ਦੇ ਨਾਲ ਚੱਲਾਂਗੇ ਜਿਹੜੇ ਕਿ ਡਾਇਰੈਕਟਰ ਨੇ ਐਡਾਪਟਿਵ ਰਿਸਰਚ ਔਰ ਅਸੀਂ ਐਗਰੀਕਲਚਰ ਹਾਊਸ ਖੜੇ ਹਾਂ ਡੇਵਿਸ ਰੋਡ ਤੇ ਔਰ ਅਸੀਂ ਸ਼ੇਖੂਪੁਰਾ ਚੱਲ ਰਹੇ ਹਾਂ ਔਰ ਜਾ ਕੇ ਸਾਰੀਆਂ ਗੱਲਾਂ ਕਰਾਂਗੇ, ਸਾਇੰਟਿਸਟ ਨਾਲ ਮੁਲਾਕਾਤਾਂ ਕਰਾਂਗੇ ਔਰ ਔਨ ਗਰਾਊਂਡ ਇਹਨੂੰ ਕਿਵੇਂ ਟਰਾਂਸਫਾਰਮ ਕੀਤਾ ਜਾ ਰਿਹਾ ਹੈ, ਕਿਵੇਂ ਲੈ ਕੇ ਚੱਲਿਆ ਜਾ ਰਿਹਾ ਹੈ, ਕਿਵੇਂ ਐਡਾਪਟਿਵ ਰਿਸਰਚ ਡਿਪਾਰਟਮੈਂਟ ਦੇ ਜ਼ਰਈ ਮਾਹਰੀਨ ਕੰਮ ਕਰ ਰਹੇ ਨੇ। अस्सलाम वालेकुम जनाब। अस्सलाम वालेकुम जी, कैसे हैं आप? ठीक है जी चौधरी मुश्ताक साहब, ਅਸੀਂ ਅੱਜ ਜਨਾਬ ਦੇ ਨਾਲ ਡੇ ਸਪੈਂਡ ਕਰਨਾ ਹੈ। ਐਡਾਪਟਿਵ ਰਿਸਰਚ ਡਿਪਾਰਟਮੈਂਟ ਕਿੰਜ ਕੰਮ ਕਰਦਾ ਹੈ ਔਰ ਇਹਦੇ ਕੀ ਖਦੋਖਾਲ ਨੇ ਔਰ ਇਹਦੇ ਐਗਰੀਕਲਚਰ ਡਿਵੈਲਪਮੈਂਟ ਦੇ ਵਿੱਚ ਕੀ ਰੋਲ ਹੈ। ਦੇਖੋ ਇੱਥੇ ਚੁੱਕੇ 21 ਡੇਵਿਸ ਰੋਡ ਤੇ ਸਾਡਾ ਹੈੱਡ ਆਫਿਸ ਹੈ। ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਸਾਡੀਆਂ ਫੀਲਡ ਐਕਟੀਵਿਟੀਜ਼ ਨੇ ਉਹਨਾਂ ਨੂੰ ਜਾ ਕੇ ਦੇਖੀਏ ਔਰ ਅਮਲੀ ਤੌਰ ਤੇ ਦੇਖੀਏ ਕਿ ਸਾਡੇ ਅਡਾਪਟਡ ਫਾਰਮਾਂ ਤੇ ਕੀ ਹੋ ਰਿਹਾ। ਸਾਡੇ ਸਾਇੰਸਦਾਨਾਂ ਦੇ ਨਾਲ ਤੁਹਾਡੀ ਅੱਜ ਮੁਲਾਕਾਤ ਕਰਵਾਉਂਦੇ ਆ ਤੇ ਉੱਥੇ ਦੇਖਾਂਗੇ ਕਿ ਅਸੀਂ ਆਪਣੇ ਜ਼ਿਮੀਂਦਾਰਾਂ ਵਾਸਤੇ ਕੀ ਕਰ ਰਹੇ ਹਾਂ ਔਰ ਸਾਡਾ ਸਾਰੇ ਦਾ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਕਿਸ ਤਰੀਕੇ ਨਾਲ ਚੱਲ ਰਿਹਾ। ਤੇ ਮੇਰੀ ਇਹ ਜਨਾਬ ਨੂੰ ਰਿਕੁਐਸਟ ਹੋਏਗੀ ਕਿ ਅਸੀਂ ਚੱਲਦੇ ਹਾਂ ਅਡਾਪਟਡ ਫਾਰਮ ਸ਼ੇਖੂਪੁਰਾ ਜਿੱਥੇ ਸਾਰੀਆਂ ਐਕਟੀਵਿਟੀਜ਼ ਨੇ ਜਿਹੜੀਆਂ ਉਹ ਤੁਹਾਨੂੰ ਅਸੀਂ ਬਰੀਫ ਕਰ ਰਹੇ ਸਾਰੇ ਡਿਟੇਲ। ਥੈਂਕ ਯੂ ਸਰ, ਥੈਂਕ ਯੂ। ज़राअत पाकिस्तान की मईशत का बुनियादी सतून है। ज़राअत का मुल्की GDP में 21% हिस्सा है और इसके अलावा ज़राअत से मुतल्लिका बनी हुई मसनूआत का हुजम मुल्की आमदनी में 80% तक है। सबसे पहले आबादी वाला सूबा पंजाब ज़रई पैदावार का सबसे बड़ा हिस्सा फराहम करता है। पंजाब की 48% आबादी के रोजगार का जरिया भी ज़राअत है। ज़रई शोबा बड़ी सनतों मसलन टेक्सटाइल, चमड़े, चावल की प्रोसेसिंग, खुर्दनी तेल और फोटो प्रोसेसिंग को खाम माल मुहैया करने का जरिया है। सूबा पंजाब आबादी के एतबार से दूसरा बड़ा सूबा है जिसका रकबा 20.63 मिलियन एकड़ है जो कुल मुल्की अराजी का 25.9% बनता है। जमीन के इस्तेमाल की हैसियत के मुताबिक मजमुई तौर पर 86% इलाका काबिल रसाई है जबकि 14% इलाका की रिपोर्ट नहीं है। मजीद 14% रकबा ज़राअत के लिए दस्तयाब नहीं है जो मुकम्मल तौर पर या तो जरखेज है या इंफ्रास्ट्रक्चर के ज़ेरे तसल्लुत गर्दाना जाता है। नतीजतन सूबे का 72% रकबा फसलात के लिए दस्तयाब है। इसमें से 53% रकबा पर फसलात की बवाई का काम किया जाता है। ये वो रकबा जिसे कम अज कम साल में एक मरतबा ज़ेरे काश लाया जाता है। ये वो रकबा है जो 3 साल से ज्यादा अरसे से काबिल काश नहीं होता। सूबा पंजाब का मजमुई काबिल काश रकबा 16.68 मिलियन एकड़ है जिसमें से
से 5.87 मिलियन एकड़ रकबे की बुआई साल में एक बार होती है। माली साल 2018 से 19 के दौरान गंदम 40, कपास 11.5 और धान 12.8% रकबा जेरे काश लाया गया है। सूबा में लाइव स्टॉक की जरूरियात को पूरा करने के लिए चारा 11, जबकि मकई और गन्ने की काश्त बिलतरतीब 4.2 और 4.8% रकबे पर काश्त की गई। महकमा ज़राअत पंजाब का मकसद सूबे में ग़िज़ाई तहफ़्फ़ुज़ यकीनी बनाने के साथ मुल्की मईशत को मजबूत बनाने के लिए ज़राई लागत को मौसर अंदाज में जदीद पैदावारी टेक्नोलॉजी से हम आहंग करना है, जिससे काश्तकार खुशहाल हों और उनकी फी एकड़ पैदावार में इजाफा हो सके। ज़राई माहिरीन बीजों और पौधों पर रिसर्च करते हैं और किसान को अच्छी और ज्यादा पैदावार के लिए किसान को काश्त के बेहतर तरीकाकार से आगाह करते हैं। महकमा ज़राअत पंजाब के रिसर्च सेंटर में मौसर ज़राई आबपाशी और खेत में कीड़े मकोड़ों के खिलाफ तहफ़्फ़ुज़ और पौधों की बीमारियों की रोकथाम, मौसर ज़राई आबपाशी और खेत में कीड़े मकोड़ों के हमले के खिलाफ तहफ़्फ़ुज़ और पौधों की बीमारियों की रोकथाम, कीड़े मारने का मयारी कंट्रोल का तज्ज़िया भी किया जाता है। इसके साथ साथ ज़राअत के शोबा में मशीनी ज़राअत को भी फ़रोग़ दिया जाता है। जी ਅਸੀਂ ਚੌਧਰੀ ਮੁਸ਼ਤਾਕ ਅਲੀ ਸਾਹਿਬ ਨਾਲ ਜਿਹੜੇ ਕਿ ਡਾਇਰੈਕਟਰ ਅਡੈਪਟਿਵ ਰਿਸਰਚ ਨੇ ਉਹਨਾਂ ਦੇ ਨਾਲ ਆ ਗਏ ਹਾਂ ਇਸ ਵੇਲੇ ਅਡੈਪਟਿਵ ਰਿਸਰਚ ਫਾਰਮ ਸ਼ੇਖੂਪੁਰਾ। ਔਰ ਚੌਧਰੀ ਮੁਸ਼ਤਾਕ ਅਲੀ ਸਾਹਿਬ ਜਿਹੜੇ ਨੇ ਮੇਰੇ ਕਲਾਸ ਫੈਲੋ ਵੀ ਨੇ 83 ਹੈ ਜੀ। ਇਹ ਜੀ ਇੱਕ ਵਰਡ ਹੈ ਸਾਡਾ, ਜਿੰਨੇ ਵੀ ਜ਼ਰਾਅਤ ਦੇ ਡਿਗਰੀ ਹੋਲਡਰ ਨੇ ਇਹ ਜਾਣਦੇ ਨੇ ਕਿ ਇਹ ਐਂਟਰੈਂਸ ਈਅਰ ਹੁੰਦਾ ਸਾਡਾ। ਐਨੀ ਹਾਓ ਜ਼ਰਾਅਤ ਦੀ ਤਹਿਕੀਕ ਅਲਟੀਮੇਟਲੀ ਕਾਸ਼ਤਕਾਰਾਂ ਤੱਕ ਪਹੁੰਚਾਉਣ ਵਾਸਤੇ ਐਕਸਟੈਂਸ਼ਨ ਡਿਪਾਰਟਮੈਂਟ ਨੂੰ ਔਨਬੋਰਡ ਕਰਕੇ ਔਰ ਜਿੰਨੀ ਵੀ ਸਾਇੰਟਿਸਟ ਦੀ ਰਿਸਰਚ ਹੁੰਦੀ ਹੈ ਉਹਨਾਂ ਨੂੰ ਫਾਰਮਸ ਦੇ ਵਿੱਚ ਪ੍ਰੈਕਟੀਕਲੀ ਮਖਸੂਸ ਹਾਲਾਤ ਵਾਕਿਆਤ ਦੇ ਤਹਿਤ ਜਿਹੜੀ ਡੋਜ਼ੇਜ ਉਹਨਾਂ ਕਹੀ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਅੱਜ ਅਸੀਂ ਡਿਸਕਸ ਕਰਾਂਗੇ। ਚੌਧਰੀ ਮੁਸ਼ਤਾਕ ਅਲੀ ਸਾਹਿਬ ਨੂੰ ਅਸੀਂ ਪੁੱਛਾਂਗੇ, ਗੱਲਬਾਤ ਕਰਾਂਗੇ ਔਰ ਮੈਂ ਚਾਹਾਂਗਾ ਆਪਣੇ ਜਿੰਨੇ ਵੀ ਸਾਡੇ ਨਾਜ਼ਰੀਨ, ਸਾਡੇ ਐਗਰੀਕਲਚਰ ਐਗਰੇਰੀਅਨਸ, ਜ਼ਰਾਈ ਮਾਹਰੀਨ ਔਰ ਫਾਰਮਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਉਮੀਦ ਹੈ ਕਿ ਬੜਾ ਮੁਫੀਦ ਮਸ਼ਵਰੇ ਜਿਹੜੇ ਨੇ ਆਪਣੀ ਫਾਰਮਿੰਗ ਦੇ ਵਿੱਚ ਅਡਾਪਟ ਕਰਨਗੇ। ਜੀ ਚੌਧਰੀ ਸਾਹਿਬ, ਮੈਂ ਜਨਾਬ ਨੂੰ ਪੁੱਛਣਾ ਚਾਹਾਂਗਾ ਕਿ ਅਡੈਪਟਿਵ ਰਿਸਰਚ ਡਿਪਾਰਟਮੈਂਟ ਗਵਰਨਮੈਂਟ ਆਫ ਪੰਜਾਬ ਦੇ ਕੀ ਖਦੋਖਾਲ ਨੇ? ਜਨਾਬ ਦਾ ਮਹਿਕਮਾ ਕਿੰਨੇ ਜਗ੍ਹਾ ਦੇ ਤੁਹਾਡੇ ਫਾਰਮਸ ਮੌਜੂਦ ਨੇ? ਕਿੰਨੇ ਸਾਇੰਟਿਸਟ ਐਗਰੀਕਲਚਰ ਸਾਇੰਟਿਸਟ ਜਨਾਬ ਦੀ ਟੀਮ ਦੇ ਵਿੱਚ ਸ਼ਾਮਲ ਨੇ ਔਰ ਕਿਹੜੇ ਮੇਜਰ ਡਿਸਿਪਲਿਨਸ ਨੇ ਅਡੈਪਟਿਵ ਰਿਸਰਚ ਦੇ? ਮੈਂ ਸਭ ਤੋਂ ਪਹਿਲੇ ਸਈਦ ਮੁਗਲ ਸਾਹਿਬ ਜਨਾਬ ਦਾ ਬਹੁਤ ਜ਼ਿਆਦਾ ਮਸ਼ਕੂਰ ਹਾਂ ਕਿ ਤੁਸੀਂ ਅੱਜ ਆਪਣੀ ਮਸਰੂਫੀਅਤ 'ਚੋਂ ਟਾਈਮ ਕੱਢ ਕੇ ਸਾਡੇ ਇਸ ਅਡਾਪਟ ਰਿਸਰਚ ਦੇ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਦਾ ਇੱਕ ਪ੍ਰੋਜੈਕਟ ਹੈ ਉਹਦੇ ਉੱਪਰ ਤੁਸੀਂ ਅੱਜ ਰਿਕਾਰਡਿੰਗ ਸ਼ੁਰੂ ਕੀਤੀ ਹੈ। ਥੈਂਕ ਯੂ। ਤੇ ਮੈਨੂੰ ਉਮੀਦ ਹੈ ਕਿ ਇਹ ਸਾਰਾ ਜਿਹੜਾ ਸਾਡੇ ਨਾਜ਼ਰੀਨ ਹੋਣਗੇ ਉਹ ਇਸ ਪ੍ਰੋਗਰਾਮ ਨੂੰ ਦੇਖ ਕੇ ਯਕੀਨੀ ਤੌਰ ਤੇ ਐਗਰੀਕਲਚਰ ਦੇ ਹਵਾਲੇ ਨਾਲ ਜਾਂ ਅਡਾਪਟ ਰਿਸਰਚ ਦੇ ਹਵਾਲੇ ਨਾਲ ਉਹਨਾਂ ਦਾ ਜਿਹੜਾ ਕੰਸੈਪਟ ਹੈ ਉਹ ਹੋਰ ਜ਼ਿਆਦਾ ਬਿਹਤਰ ਹੋ ਸਕੇਗਾ। ਤੇ ਸਭ ਤੋਂ ਪਹਿਲੇ ਮੈਂ ਅਡਾਪਟ ਰਿਸਰਚ ਦਾ ਤਾਰਫ ਕਰਵਾਉਣਾ ਚਾਹਾਂਗਾ ਤੁਹਾਨੂੰ ਕਿ ਅਡਾਪਟਿਵ ਰਿਸਰਚ ਜਿਹੜਾ ਮਹਿਕਮਾ ਜ਼ਰਾਅਤ ਦਾ ਇੱਕ ਸਬ ਕੰਪੋਨੈਂਟ ਹੈ ਮਹਿਕਮਾ ਜ਼ਰਾਅਤ ਤਸੀਹ ਦੇ ਅੰਡਰ, ਇਹ 1980 ਦੇ ਵਿੱਚ ਬਣਿਆ। ਉਦੋਂ ਤੋਂ ਇਹਦੀ ਵਰਕਿੰਗ ਸ਼ੁਰੂ ਹੈ ਔਰ ਸਾਡਾ ਜਿਹੜਾ ਬੇਸਿਕ ਜਿਹੜਾ ਫਰਕ ਹੈ ਜਿਹੜੀ ਰਿਸਰਚ ਜ਼ਰਾਅਤ ਦੇ ਵਿੱਚ ਉਹ ਐਗਰੀਕਲਚਰ ਯੂਨੀਵਰਸਿਟੀਜ਼ ਵੀ ਕਰ ਰਹੀਆਂ ਨੇ ਔਰ ਉਸ ਦੇ ਨਾਲ ਨਾਲ ਜਿਹੜੇ ਸਾਡੇ ਬੇਸਿਕ ਰਿਸਰਚ ਦੇ ਅਦਾਰੇ ਨੇ ਉਹ ਵੀ ਰਿਸਰਚ ਕਰ ਰਹੇ ਨੇ ਸਾਰੀਆਂ ਫਸਲਾਂ ਦੇ ਉੱਪਰ। ਅਡਾਪਟ ਰਿਸਰਚ ਦਾ ਤੇ ਉਹਨਾਂ ਦਾ ਬੇਨਿਆਦੀ ਜਿਹੜਾ ਇੱਕ ਫਰਕ ਹੋਇਆ ਵੇ ਕਿ ਉਹਨਾਂ ਦੀ ਜਿਹੜੀ ਰਿਸਰਚ ਹੈ ਉਹ ਆਪਣੇ ਇੱਕ এনवायरमेंट ਤੇ ਜਾਂ ਇੱਕ ਰਿਸਰਚ ਇੰਸਟੀਚਿਊਟ ਦੇ ਅੰਦਰ ਹੈ, ਜਦਕਿ ਅਡਾਪਟ ਰਿਸਰਚ ਦੀ ਜਿਹੜੀ ਰਿਸਰਚ ਹੈ ਇਹ ਸਾਈਟ ਸਪੈਸੀਫਿਕ ਟੈਕਨੋਲੋਜੀ ਅਸੀਂ ਇੰਟਰੋਡਿਊਸ ਕਰਵਾਉਂਦੇ ਹਾਂ। ਪੂਰੇ ਪੰਜਾਬ ਦੇ ਵਿੱਚ ਕਲਾਈਮੈਟਿਕ ਕੰਡੀਸ਼ਨਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪੰਜਾਬ ਨੂੰ 8 ਹਿੱਸਿਆਂ ਦੇ ਵਿੱਚ ਤਕਸੀਮ ਕੀਤਾ ਗਿਆ ਔਰ 8 ਜਗ੍ਹਾ ਤੇ ਅਡਾਪਟਿਵ ਰਿਸਰਚ ਦੇ ਜਿਹੜੇ ਸਟੇਸ਼ਨ ਨੇ ਉਹ ਕਾਇਮ ਕੀਤੇ ਗਏ। ਉਹਦੇ ਵਿੱਚ 2 ਜਿਹੜੇ ਨੇ ਸਾਡੇ ਸਟੇਸ਼ਨ ਉਹ ਰਾਈਸ ਜ਼ੋਨ ਦੇ ਵਿੱਚ ਕੰਮ ਕਰ ਰਹੇ ਨੇ, ਜਿਹਦੇ ਵਿੱਚ ਅਡਾਪਟ ਰਿਸਰਚ ਫਾਰਮ ਸ਼ੇਖੂਪੁਰਾ ਜਿੱਥੇ ਅਸੀਂ ਇਸ ਵਕਤ ਬੈਠੇ ਪ੍ਰੋਗਰਾਮ ਕਰ ਰਹੇ ਹਾਂ। ਦੂਸਰਾ ਸਾਡਾ ਸਟੇਸ਼ਨ ਹੈ ਅਡਾਪਟ ਰਿਸਰਚ ਫਾਰਮ ਗੁਜਰਾਂਵਾਲਾ। ਇਸੇ ਤਰ੍ਹਾਂ ਜਦੋਂ ਅਸੀਂ ਕਾਟਨ ਜ਼ੋਨ ਦੀ ਬਾਤ ਕਰਨੇ ਹਾਂ ਤੇ ਕਾਟਨ ਜ਼ੋਨ ਦੇ ਵਿੱਚ ਸਾਡੇ 3 ਫਾਰਮ ਨੇ, ਜਿਹੜਾ ਅਡਾਪਟਿਵ ਰਿਸਰਚ ਫਾਰਮ ਵਿਹਾੜੀ ਹੈ, ਅਡਾਪਟਿਵ ਰਿਸਰਚ ਫਾਰਮ ਰਹੀਮਯਾਰ ਖਾਂ ਤੇ ਤੀਸਰਾ ਅਡਾਪਟਿਵ ਰਿਸਰਚ ਫਾਰਮ ਡੇਰਾ ਗਾਜ਼ੀ ਖਾਂ ਹੈ। ਮਿਕਸ ਜ਼ੋਨ ਦੇ ਵਿੱਚ ਸਾਡੇ ਕੋਲ 2 ਫਾਰਮ ਆਉਂਦੇ ਨੇ, ਇੱਕ ਅਡਾਪਟਿਵ ਰਿਸਰਚ ਫਾਰਮ ਸਰਗੋਦਾ ਹੈ ਤੇ ਦੂਸਰੇ ਨੰਬਰ ਤੇ ਅਡਾਪਟਿਵ ਰਿਸਰਚ ਫਾਰਮ ਲਈ ਹੈ। ਬਰਾਨੀ ਏਰੀਆ ਜਦੋਂ ਅਸੀਂ ਬਾਤ ਕਰ ਰਹੇ ਹਾਂ ਤਾਂ ਸਾਡਾ ਇੱਕ ਅਡਾਪਟਿਵ ਰਿਸਰਚ ਫਾਰਮ ਚਕਵਾਲ ਹੈ, ਜਿਹੜਾ ਕਿ ਕਲਰ ਕਹਾਰ ਔਰ ਚਕਵਾਲ ਦੇ ਦਰਮਿਆਨ ਭੋਨ ਜਗ੍ਹਾ ਆਉਂਦੀ ਹੈ, ਉੱਥੇ ਸਾਡਾ ਫਾਰਮ ਹੈ।
ਔਰ ਆਪਣੇ ਆਪਣੇ ਜ਼ੋਨ ਦੇ ਵਿੱਚ ਰਹਿੰਦੇ ਹੋਇਆਂ ਆਪਣੇ ਆਪਣੇ ਕਲਾਈਮੇਟਿਕ ਕੰਡੀਸ਼ਨਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਾਡੇ ਜਿਤਨੇ ਵੀ ਸਾਇੰਸਦਾਨ ਨੇ ਉਹ ਉੱਥੇ ਜਿਹੜੀ ਉਸ ਇਲਾਕੇ ਦੇ ਵਿੱਚ ਜਿਹੜੀਆਂ ਫਸਲਾਂ ਕਾਸ਼ ਹੁੰਦੀਆਂ ਨੇ ਉਹਨਾਂ ਦੇ ਉੱਪਰ ਰਿਸਰਚ ਕਰ ਰਹੇ ਹੁੰਦੇ ਨੇ। ਹਰ ਸਾਡੇ ਅਡਾਪਟਿਵ ਰਿਸਰਚ ਫਾਰਮ ਦੇ ਉੱਪਰ 4 ਡਿਸਪਲਿਨ ਨੇ ਜਿਹੜੇ ਕੰਮ ਕਰ ਰਹੇ ਨੇ ਇਸ ਵਕਤ ਸ਼ੁਰੂ ਤੋਂ। ਉਹਦੇ ਵਿੱਚ ਇੱਕ ਐਗਰੋਨੋਮੀ ਹੈ, ਠੀਕ ਹੈ, ਦੂਸਰੇ ਨੰਬਰ ਤੇ ਪਲਾਂਟ ਪ੍ਰੋਟੈਕਸ਼ਨ ਹੈ, ਫਿਰ ਐਗਰੀਕਲਚਰਲ ਇੰਜੀਨੀਅਰਿੰਗ ਹੈ। ਔਰ ਚूँकि ਸਾਡੀ ਜਿਹੜੀ ਰਿਸਰਚ ਹੈ ਉਹ ਸਾਈਟ ਸਪੈਸੀਫਿਕ ਟੈਕਨੋਲੋਜੀ ਔਰ ਇਹਦਾ ਅਲਟੀਮੇਟ ਜਿਹੜਾ ਮਕਸਦ ਹੈ ਸਾਡੀ ਜਿਹੜੀ ਫਾਈਂਡਿੰਗਸ ਨੇ ਉਹ ਜ਼ਿਮੀਂਦਾਰ ਤੱਕ ਜਾਣੀਆਂ ਹੁੰਦੀਆਂ ਨੇ। ਸਾਡੀਆਂ ਜਿਹੜੀਆਂ ਸਿਫਾਰਸ਼ਾਤ ਨੇ ਉਹ ਅਸੀਂ ਰਿਕਮੈਂਡ ਕਰਕੇ ਪ੍ਰਿੰਟ ਕਰਕੇ ਪਬਲਿਸ਼ ਕਰਕੇ ਥਰੂ ਐਗਰੀਕਲਚਰ ਐਕਸਟੈਂਸ਼ਨ ਡਿਪਾਰਟਮੈਂਟ ਉਹ ਕਨਵੇ ਕਰਨੇ ਆਪਣੇ ਜ਼ਿਮੀਂਦਾਰਾਂ ਨੂੰ। ਤੇ ਇਸ ਕਰਕੇ ਸਾਡੀ ਰਿਸਰਚ ਹਰ ਜਿਹੜਾ ਸਾਡਾ ਰਿਸਰਚ ਟਰਾਇਲ ਹੈ ਉਹਦਾ ਬੁਨਿਆਦੀ ਮਕਸਦ ਹੁੰਦਾ ਹੈ ਉਹਦਾ ਇਕਨੋਮਿਕ ਐਨਾਲਿਸਿਸ, ਕਿ ਜ਼ਿਮੀਂਦਾਰ ਨੂੰ ਇਹ ਦੱਸੀਏ ਕਿ ਇਕਨੋਮਿਕ ਐਨਾਲਿਸਿਸ ਕਰਕੇ ਕਿ ਜਿਹੜੀ ਪ੍ਰੋਡਕਸ਼ਨ ਟੈਕਨੋਲੋਜੀ ਜਾਂ ਜਿਹੜੀ ਵੀ ਇੱਕ ਅਸੀਂ ਉਹਨੂੰ ਟੈਕਨੋਲੋਜੀ ਦੇ ਰਹੇ ਹਾਂ ਉਹਦਾ ਇਕਨੋਮਿਕ ਇੰਪੈਕਟ ਕੀ ਹੋਏਗਾ ਉਹਨਾਂ ਦੀ ਫਸਲ ਦੇ ਉੱਪਰ ਜਾਂ ਉਹਨਾਂ ਦੇ ਇਸ ਬਿਜ਼ਨਸ ਦੇ ਉੱਪਰ। ਇਸ ਕਰਕੇ ਹਰ ਫਾਰਮ ਤੇ ਸਾਡਾ ਜਿਹੜਾ ਬੜਾ ਹੀ ਇੱਕ ਇੰਪੋਰਟੈਂਟ ਡਿਸਪਲਿਨ ਹੈ ਉਹ ਐਗਰੀਕਲਚਰ ਇਕਨੋਮਿਕਸ ਹੈ। 4 ਡਿਸਪਲਿਨ ਨੇ ਸਾਡੇ ਜਿਹੜੇ ਹਰ ਫਾਰਮ ਤੇ ਇਹਨਾਂ ਕ੍ਰਾਪਸ ਦੇ ਉੱਪਰ ਕੰਮ ਕਰਕੇ ਔਰ ਥਰੂ ਐਗਰੀਕਲਚਰ ਐਕਸਟੈਂਸ਼ਨ ਡਿਪਾਰਟਮੈਂਟ ਉਹ ਸਾਡਾ ਜਿਹੜਾ ਪੈਗਾਮ ਹੈ ਉਹ ਜਾ ਰਿਹਾ ਹੁੰਦਾ ਹੈ ਜ਼ਿਮੀਂਦਾਰ ਤੱਕ। ਇਹ ਜਿਹੜਾ ਐਗਰੀਕਲਚਰ ਇਨਫੋਰਮੇਸ਼ਨ ਡਿਪਾਰਟਮੈਂਟ ਹੈ, ਜਿਵੇਂ ਉਹਨਾਂ ਦੇ ਕੋਲ ਜ਼ਰਾਤਨਾਮਾ ਹੈ ਜਾਂ ਡਿਫਰੈਂਟ ਪਬਲੀਕੇਸ਼ਨਸ ਹੁੰਦੀਆਂ ਨੇ, ਕਿਆ ਉਹ ਵੀ ਜਨਾਬ ਦੇ ਨਾਲ ਐਸੋਸੀਏਟ ਨੇ ਜਾਂ ਤੁਹਾਡਾ ਆਪਣਾ ਕੋਈ ਇਨਫੋਰਮੇਸ਼ਨ ਦਾ ਸਿਸਟਮ ਹੈ? ਅੱਛਾ, ਇਹਦੇ 'ਚ ਇਸ ਤਰ੍ਹਾਂ ਕਿ ਸਾਡੀ ਜਿਹੜੀ ਪ੍ਰੋਡਕਸ਼ਨ ਟੈਕਨੋਲੋਜੀ ਕੋਈ ਵੀ ਜਿਹੜੀਆਂ ਸਾਡੀਆਂ ਰਿਕਮੈਂਡੇਸ਼ਨਸ ਆਉਂਦੀਆਂ ਨੇ ਨਾ ਉਹਨਾਂ ਨੂੰ ਜ਼ਿਮੀਂਦਾਰ ਤੱਕ ਪਹੁੰਚਾਉਣ ਵਾਸਤੇ ਸਾਡੇ ਮੁਖਤਲਿਫ ਤਰੀਕੇਕਾਰ ਨੇ ਜਿਹੜੇ ਅਸੀਂ ਇਸਤੇਮਾਲ ਕਰਨੇ ਆ। ਸਭ ਤੋਂ ਪਹਿਲੇ ਤਾਂ ਇਹ ਹੈ ਕਿ ਸਾਡਾ ਆਪਣਾ ਹਰ ਇਸ ਡਾਇਰੈਕਟੋਰੇਟ ਲੈਵਲ ਤੇ ਜਾਂ ਹਰ ਜਿਹੜਾ ਫਾਰਮ 8 ਜ਼ੋਨ ਨੇ ਉਹਦੇ ਅੰਦਰ 8 ਜ਼ੋਨ ਦੇ ਉੱਪਰੋਂ 15 ਰੋਜ਼ਾ ਇੱਕ ਜ਼ਰੀ ਪੈਗਾਮ ਅਸੀਂ ਪ੍ਰਿੰਟ ਕਰ ਰਹੇ ਹਾਂ। ਠੀਕ ਹੈ। ਉਹ 15 ਰੋਜ਼ਾ ਜ਼ਰੀ ਪੈਗਾਮ ਹੈ ਜਿਹੜਾ ਫਿਰ ਸਾਡੇ ਜਿਹੜੇ ਸਾਇੰਟਿਸਟ ਨੇ ਉਹ ਸਾਡੇ ਜਿਹੜੇ ਫੀਲਡ ਆਫੀਸਰਸ ਨੇ ਐਗਰੀਕਲਚਰ ਐਕਸਟੈਂਸ਼ਨ ਡਿਪਾਰਟਮੈਂਟ ਦੇ ਉਹਨਾਂ ਨੂੰ ਹਰ 15 ਦਿਨ ਦੇ ਅੰਦਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਉਹਨਾਂ ਦਾ ਹੈੱਡਕੁਆਟਰ ਉੱਥੇ ਇਕੱਠਿਆਂ ਕੀਤਾ ਜਾਂਦਾ ਹੈ। ਉਹਦੇ 'ਚ ਜ਼ਰਾਤ ਆਫੀਸਰ, ਫੀਲਡ ਅਸਿਸਟੈਂਟਸ, ਅਸਿਸਟੈਂਟ ਡਾਇਰੈਕਟਰ ਔਰ ਡਿਪਟੀ ਡਾਇਰੈਕਟਰ ਔਰ ਜ਼ਿਲ੍ਹੇ ਦੇ ਇੱਕ ਦਿਨ ਵਾਸਤੇ ਉੱਥੇ ਇਕੱਠੇ ਹੁੰਦੇ ਨੇ ਔਰ ਉੱਥੇ ਫੁੱਲ ਡੇ ਸੈਸ਼ਨ ਹੁੰਦਾ ਹੈ ਜਿਹੜਾ ਕਿ 15 ਰੋਜ਼ਾ ਅੱਗੇ ਜਾ ਕੇ ਉਹਨਾਂ ਨੇ ਪੈਗਾਮ ਦੇਣਾ ਹੁੰਦਾ ਹੈ ਜ਼ਿਮੀਂਦਾਰਾਂ ਨੂੰ ਕਿ ਨੈਕਸਟ 15 ਦਿਨ ਦੇ ਵਿੱਚ ਤੁਸੀਂ ਇਹ ਜਿਹੜਾ ਮੈਸੇਜ ਜ਼ਿਮੀਂਦਾਰ ਕੋਲ ਲੈ ਕੇ ਜਾਣਾ ਹੈ। ਯਾਨੀ ਇੱਕ ਸੌਰਟ ਆਫ ਟ੍ਰੇਨਿੰਗ ਹੈ। ਟ੍ਰੇਨਿੰਗ ਉਹਨਾਂ ਦੀ ਫਾਰਮਰ ਦੀ ਅਸੀਂ ਆਪਣੇ ਸਟਾਫ ਦੀ ਜਿਹੜੀ ਕਰ ਰਹੇ ਨੇ, ਸਟਾਫ ਦੀ ਟ੍ਰੇਨਿੰਗ ਅਸੀਂ ਕਰ ਰਹੇ ਨੇ। ਉਹਦੇ ਵਾਸਤੇ ਬਕਾਇਦਾ ਲਿਟਰੇਚਰ ਪ੍ਰਿੰਟ ਕਰਕੇ ਉਹਨਾਂ ਨੂੰ ਇਸ ਵਕਤ ਪੰਜਾਬ ਦੇ ਵਿੱਚ 22 ਕ੍ਰਾਪਸ ਨੇ ਜਿਨ੍ਹਾਂ ਦੇ ਅਸੀਂ ਪੈਦਾਵਾਰੀ ਟੈਕਨੋਲੋਜੀ ਜਿਹੜੀ ਉਹ ਪ੍ਰਿੰਟ ਕਰ ਰਹੇ ਹਾਂ ਔਰ ਮਿਲੀਅਨਸ ਦੀ ਤਾਦਾਦ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਬੁੱਕਸ ਨੇ ਉਹ ਪ੍ਰਿੰਟ ਕਰਕੇ ਜ਼ਿਮੀਂਦਾਰਾਂ ਦੇ ਅੰਦਰ ਔਰ ਸਾਡੇ ਆਪਣੇ ਜਿਹੜੇ ਮਾਸਟਰ ਟ੍ਰੇਨਰ ਨੇ ਉਹਨਾਂ 'ਚ ਤਕਸੀਮ ਕੀਤੇ ਜਾਂਦੀਆਂ ਨੇ। ਠੀਕ ਹੈ। ਉਹਨਾਂ ਦੀ ਜਿਹੜੀ 22 ਪ੍ਰੋਡਕਸ਼ਨ ਟੈਕਨੋਲੋਜੀ ਜਿਹੜੀਆਂ ਕ੍ਰਾਪਸ ਦੇ ਉੱਪਰ ਤਿਆਰ ਕੀਤੀ ਜਾਂਦੀ ਹੈ ਉਹਦੇ ਵਿੱਚ ਬਕਾਇਦਾ ਸਾਡੇ ਆਪਣੇ ਜਿਹੜੇ ਸਾਇੰਸਦਾਨ ਨੇ ਉਹ ਜਿਹੜੀਆਂ ਸਾਡੀਆਂ ਅਡਾਪਟਸ ਤੇ ਸਿਫਾਰਸ਼ਾਤ ਆ ਰਹੀਆਂ ਨੇ ਉਹ ਵੀ ਅਸੀਂ ਸ਼ਾਮਲ ਕਰਦੇ ਹਾਂ। ਇਸ ਤੋਂ ਇਲਾਵਾ ਜਿਹੜਾ ਬੇਸਿਕ ਰਿਸਰਚ ਅਯੂਬ ਐਗਰੀਕਲਚਰ ਰਿਸਰਚ ਇੰਸਟੀਚਿਊਟ ਦਾ ਜਿਹੜਾ ਅਦਾਰਾ ਹੈ ਉਹਨਾਂ ਦੇ ਅੰਡਰ ਜਿਤਨੇ ਵੀ ਉਸ ਕ੍ਰਾਪਸ ਦੇ ਨਾਲ ਰਿਲੇਟਡ ਜਿਹੜੇ ਸਾਇੰਸਦਾਨ ਹੁੰਦੇ ਨੇ ਉਹ ਸਾਡੀ ਉਸ ਮੀਟਿੰਗ 'ਚ ਆਉਂਦੇ ਨੇ। ਜ਼ਰੀ ਯੂਨੀਵਰਸਿਟੀਜ਼ ਨੇ ਜਿਹੜੀਆਂ ਫੈਸਲਾਬਾਦ ਐਗਰੀਕਲਚਰ ਯੂਨੀਵਰਸਿਟੀ ਹੈ, ਬਰਾਨੀ ਐਗਰੀਕਲਚਰ ਯੂਨੀਵਰਸਿਟੀ ਹੈ ਜਾਂ ਮੁਲਤਾਨ ਮਨਸੂਬਾ ਯੂਨੀਵਰਸਿਟੀ ਹੈ। ਇਸ ਤੋਂ ਇਲਾਵਾ NARC ਦੇ ਫੈਡਰਲ ਗਵਰਨਮੈਂਟ ਦੇ ਜਿਹੜੇ ਜ਼ਰਾਤ ਦੇ ਅਦਾਰੇ ਨੇ ਉਹਨਾਂ ਦੇ ਵਿੱਚ ਜਦੋਂ ਵੀ ਅਸੀਂ ਕਿਸੇ ਵੀ ਪ੍ਰੋਡਕਸ਼ਨ ਪਲਾਨ ਦੀ ਮੀਟਿੰਗ ਕਰਨੇ ਆ ਉਸ ਮੀਟਿੰਗ ਦੇ ਵਿੱਚ ਫਿਰ ਸਾਡੇ ਉਸ ਕ੍ਰਾਪ ਦੇ ਸਪੈਸ਼ਲਿਸਟ ਖਾ ਉਹ ਫੈਡਰਲ ਗਵਰਨਮੈਂਟ ਦੇ ਨੇ ਖਾ ਪੰਜਾਬ ਗਵਰਨਮੈਂਟ ਦੇ ਨੇ ਉਹ ਰਿਸਰਚ ਦੇ ਵਿੱਚ ਕੰਮ ਕਰ ਰਹੇ ਨੇ, ਯੂਨੀਵਰਸਿਟੀਆਂ 'ਚ ਕੰਮ ਕਰ ਰਹੇ ਨੇ ਜਾਂ ਅਡਾਪਟ ਰਿਸਰਚ ਕੰਮ ਕਰ ਰਹੇ ਨੇ। ਅਸੀਂ ਉਹਨਾਂ ਦੀ ਇੱਕ ਬਕਾਇਦਾ ਤੌਰ ਤੇ ਮੀਟਿੰਗ ਕਰਕੇ ਇੱਕ ਪ੍ਰੋਡਕਸ਼ਨ ਟੈਕਨੋਲੋਜੀ ਦਾ ਜਿਹੜਾ ਉਹ ਬਕਾਇਦਾ ਇੱਕ ਪਲਾਨ ਤਿਆਰ ਕੀਤਾ ਜਾਂਦਾ ਹੈ। ਉਸ ਪਲਾਨ ਨੂੰ ਪ੍ਰਿੰਟ ਕਰਕੇ ਸੈਕਟਰੀ ਜ਼ਰਾਤ ਕੋਲੋਂ ਉਹਦੀ ਅਪਰੂਵਲ ਲੈ ਕੇ ਪ੍ਰਿੰਟ ਕਰਕੇ ਉਹਨਾਂ ਦੀਆਂ ਕਾਪੀਆਂ ਨੇ ਜਿਹੜੀਆਂ ਉਹ ਜ਼ਿਮੀਂਦਾਰਾਂ ਤੱਕ ਵੀ ਤਕਸੀਮ ਕੀਤੀਆਂ ਜਾਂਦੀਆਂ ਨੇ ਔਰ ਸਾਡੇ ਜਿਹੜੇ ਐਗਰੀਕਲਚਰ ਐਕਸਟੈਂਸ਼ਨ ਵਰਕਰ ਨੇ ਉਹਨਾਂ ਦਾ ਨੌਲੇਜ ਅਪਡੇਟ ਕਰਨ ਵਾਸਤੇ ਵੀ ਇਹ ਕੰਮ ਕੀਤਾ ਜਾਂਦਾ ਔਰ ਇਹ ਸਾਰਾ ਜਿਹੜਾ ਇਹਦਾ ਪ੍ਰਿੰਟਿੰਗ ਦਾ ਕੰਮ ਹੈ ਪ੍ਰੋਡਕਸ਼ਨ ਟੈਕਨੋਲੋਜੀ ਦਾ ਇਹ ਡਾਇਰੈਕਟੋਰੇਟ ਆਫ ਐਗਰੀਕਲਚਰ ਇਨਫੋਰਮੇਸ਼ਨ ਦੇ ਥਰੂ ਕੀਤਾ ਜਾਂਦਾ। ਗੱਲਬਾਤ ਕਰਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ। ਚਲੋ ਸਭ ਬੜੀ ਖੂਬਸੂਰਤ ਡਿਸਕਸ਼ਨਸ ਕਰ ਰਹੇ ਸਨ, ਇਨਫੋਰਮੇਸ਼ਨ ਦੇ ਰਹੇ ਸਨ ਔਰ ਮੈਂ ਸਮਝਦਾ ਵਾਂ ਕਿ ਜਿਹੜੀਆਂ ਗੱਲਾਂ ਚੋ ਸਭ ਨੇ ਕੀਤੀਆਂ ਨੇ ਫਰੈਸ਼ ਐਗਰੀ ਗ੍ਰੈਜੂਏਟਸ ਵਾਸਤੇ ਬੈਸਟ ਜਗ੍ਹਾ ਲਰਨਿੰਗ ਦੀ ਅਡੈਪਟਿਵ ਰਿਸਰਚ ਫਾਰਮਸ ਨੇ। ਅੱਛਾ, ਮੇਰਾ ਇਹ ਸਵਾਲ ਸੀ ਕਿ ਨੰਬਰ 1 ਤੁਹਾਡੇ ਕੋਲ ਟੋਟਲ ਕਿੰਨੇ ਫਾਰਮਸ ਨੇ ਔਰ ਕਿੰਨੇ ਸਾਇੰਟਿਸਟ ਨੇ ਔਰ ਕਿੰਨੇ ਅਫਰਾਦ ਤੇ ਮੁਸ਼ਤਮਿਲ ਜ਼ਰਈ ਮਾਹਰੀਨ 22 ਕ੍ਰਾਫਟਸ ਤੇ ਕੰਮ ਕਰ ਰਹੇ ਨੇ? ਇਹਦੇ 'ਚ ਇਸ ਤਰ੍ਹਾਂ ਕਿ ਸਾਡੇ ਕੋਲ ਇਸ ਵਕਤ ਟੋਟਲ ਪੂਰੇ ਪੰਜਾਬ ਦੇ ਵਿੱਚ 45 ਫਾਰਮ ਨੇ। ਅੱਛਾ। ਉਹਦੇ ਵਿੱਚੋਂ 45 ਦੇ ਵਿੱਚੋਂ 11 ਫਾਰਮ ਐਸੇ ਨੇ ਮੁਖਤਸ ਨੇ ਜਿਹੜੇ ਸਾਡੇ ਅਡਾਪਟਿਵ ਰਿਸਰਚ ਦੇ ਨੇ।
ਬਾਕੀ ਜਿਹੜੇ ਸਾਡੇ ਚੌਥੀ ਫਾਰਮ ਨੇ ਉਹ ਹੈ ਨੇ ਜਿਹਦੇ ਤੇ ਅਸੀਂ ਸੀਡ ਪ੍ਰੋਡਕਸ਼ਨ ਦਾ ਕੰਮ ਕਰਦੇ ਹਾਂ ਜ਼ਿਆਦਾਤਰ, ਜਾਂ ਉੱਥੇ ਬਾਗ ਲੱਗੇ ਨੇ, ਜਾਂ ਉੱਥੇ ਸਾਡੀਆਂ ਦੂਸਰੀਆਂ ਫਸਲਾਂ ਲਗਾ ਕੇ, ਤੇ ਉਹਨਾਂ ਦਾ ਜਿਹੜਾ ਦੋ ਮਕਸਦ ਨੇ, ਇੱਕ ਤਾਂ ਉਹ ਡੈਮੋਸਟ੍ਰੇਸ਼ਨ ਫਾਰਮ ਨੇ ਸਾਡੇ, ਠੀਕ ਹੈ। ਟੈਕਨੋਲੋਜੀ ਜਿਹੜੀ ਆ ਉੱਥੇ ਦੇ ਲੋਕਲ ਏਰੀਆਜ਼ ਦੇ ਵਿੱਚ ਅਸੀਂ ਡੈਮੋਸਟ੍ਰੇਟ ਕਰ ਰਹੇ ਹਾਂ, ਪਲੱਸ ਉੱਥੇ ਫਿਰ ਸੀਡ ਪ੍ਰੋਡਕਸ਼ਨ ਵਾਸਤੇ ਸੀਡ ਮਲਟੀਪਲਾਈ ਕਰਕੇ ਤੇ ਅਸੀਂ ਪੰਜਾਬ ਸੀਡ ਕਾਰਪੋਰੇਸ਼ਨ ਨੂੰ ਸੀਡ ਉਹਦਾ ਦਿੰਦੇ ਹਾਂ। ਉਹ ਸਾਡੇ ਜਿਹੜੇ ਚੌਥੀ ਫਾਰਮ ਨੇ ਉੱਥੇ ਰਿਸਰਚ ਦੀਆਂ ਜਿਹੜੀਆਂ ਨੇ ਸਾਡੇ ਟੈਕਨੋਲੋਜੀਜ਼ ਉਹ ਟੈਸਟ ਨਹੀਂ ਕੀਤੀਆਂ ਜਾਂਦੀਆਂ, ਸਿਰਫ ਉਹ ਸੀਡ ਮਲਟੀਪਲੀਕੇਸ਼ਨ ਵਾਸਤੇ ਅਸੀਂ ਯਾਨੀ ਪ੍ਰੀ ਬੇਸਿਕ ਔਰ ਬੇਸਿਕ ਸੀਡ ਮਿਲਦਾ ਹੈ। ਉਹ ਪ੍ਰੀ ਬੇਸਿਕ ਅਸੀਂ ਸੀਡ ਲੈ ਕੇ ਅਦਾਰਿਆਂ ਕੋਲੋਂ ਆਪਣੇ ਅਡਾਪਟਡ ਫਾਰਮਾਂ ਤੇ ਲਗਾਉਂਦੇ ਆ। ਜਦੋਂ ਫਿਰ ਸੀਡ ਨੈਕਸਟ ਈਅਰ ਕਰਾਪ ਆਉਂਦੀ ਆ, ਅਸੀਂ ਉਹਨੂੰ ਜਿਹੜਾ ਸੀਡ ਜਿੰਨਾ ਵੀ ਸਾਡਾ ਅਗਰ ਪ੍ਰੀ ਬੇਸਿਕ ਲਗਾ ਰਹੇ ਹਾਂ ਤਾਂ ਉਹਦਾ ਬੇਸਿਕ ਸੀਡ ਹੋਏਗਾ, ਅਗਰ ਅਸੀਂ ਬੇਸਿਕ ਸੀਡ ਲੈ ਕੇ ਕਿਸੇ ਕਰਾਪ ਦਾ ਲਗਾ ਰਹੇ ਹਾਂ ਉਹ ਫਿਰ ਸਰਟੀਫਾਈਡ ਸੀਡ ਉਹ ਅਸੀਂ ਦੇ ਦਿੰਦੇ ਹਾਂ ਸਾਰੀ ਪ੍ਰੋਡਿਊਸ ਜਿਹੜੀ ਪੰਜਾਬ ਸੀਡ ਕਾਰਪੋਰੇਸ਼ਨ, ਉਹ ਪ੍ਰੋਸੈਸ ਕਰਕੇ ਸਾਰੇ ਦਾ ਸਾਰਾ ਫਿਰ ਮਾਰਕੀਟਿੰਗ ਜਿਹੜੀ ਅੱਗੇ ਉਹ ਪੰਜਾਬ ਸੀਡ ਕਾਰਪੋਰੇਸ਼ਨ ਕਰਦੀ ਹੈ। ਅੱਛਾ ਚੋਰ ਸਾਹਿਬ, ਮੈਂ ਚਾਹਾਂਗਾ ਕਿ ਮਾਸ਼ਾਅੱਲਾ ਬੜੀ ਇਨਫੋਰਮੇਟਿਵ ਡਿਸਕਸ਼ਨ ਚੱਲ ਰਹੀ ਹੈ। ਸਾਡੇ ਕਿੰਨੇ ਐਗਰੀਕਲਚਰਲ ਐਕਸਪਰਟਸ ਮਾਹਿਰੀਨ ਜ਼ਰਾਈ ਮਾਹਿਰੀਨ ਐਡੈਪਟਿਵ ਰਿਸਰਚ ਦੇ ਵਿੱਚ ਖਿਦਮਤ ਅੰਜਾਮ ਦੇ ਰਹੇ ਨੇ? ਤੱਕ ਇਸ ਵਕਤ ਜਿਹੜੇ ਸਾਡੇ ਕੋਲ ਟੋਟਲ ਐਗਰੀਕਲਚਰ ਗ੍ਰੈਜੂਏਟ ਦਾ ਜਿਹੜਾ ਸਟਾਫ ਹੈ ਜਿਹੜੇ ਕਿ ਰਿਸਰਚ ਦੇ ਵਿੱਚ ਇਨਵੋਲਵ ਨੇ, ਜਾਂ ਸਾਡੇ ਫਾਰਮ ਮੈਨੇਜਮੈਂਟ ਦੇ ਵਿੱਚ ਜਿਹੜੇ ਟੈਕਨੀਕਲ ਲੋਕ ਨੇ, ਉਹਨਾਂ ਦੀ ਤਾਦਾਦ ਟੋਟਲ 56 ਨੇ। ਅੱਛਾ। ਔਰ ਇਸ ਦੇ ਨਾਲ ਨਾਲ ਬਾਕੀ ਸਾਡਾ ਜਿਹੜਾ ਫੀਲਡ ਸਟਾਫ ਹੈ, ਕੁਝ ਜਿਹੜਾ ਸਾਡਾ ਫੀਲਡ ਅਸਿਸਟੈਂਟਸ ਨੇ, ਜਾਂ ਜਿਹੜੇ ਸਾਡੇ ਲੇਬਰ ਦੇ ਲੋਕ ਕੰਮ ਕਰਨ ਵਾਲੇ ਨੇ, ਆਫਿਸ ਦਾ ਜਿਹੜਾ ਸਟਾਫ ਹੈ, ਟੋਟਲ ਪੂਰੇ ਪੰਜਾਬ ਦੇ ਵਿੱਚ ਸਾਡੀ 1150 ਦੀ ਸਟਰੈਂਥ ਹੈ। ਤੇ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਸਾਡੇ ਜਿਹੜੇ ਸੀਡ ਫਾਰਮ ਨੇ ਉਹਨਾਂ ਦੇ ਉੱਪਰ, ਪਲੱਸ ਜਿਹੜੇ ਨੇ ਤਕਰੀਬਨ ਅੱਧੇ ਜਿਹੜੇ ਨੇ ਉਹ ਇਹਦੇ ਤੇ ਡਿਪਿਊਟ ਹੈ ਸਾਡੇ ਜਿਹੜੇ ਰਿਸਰਚ ਫਾਰਮ ਨੇ ਉਹਨਾਂ ਦੇ ਉੱਪਰ। ਅੱਛਾ ਚੋਰ ਸਾਹਿਬ, ਮੈਂ ਇਹ ਚਾਹਾਂਗਾ ਕਿ ਚੂੰਕਿ ਮੈਂ ਸਮਝਦਾ ਹਾਂ ਕਿ ਬੈਸਟ ਜਿਹੜਾ ਐਗਰੀਕਲਚਰ ਹੈ ਉਹ ਹੈ ਕਿ ਕਿਸੇ ਵੀ ਵੈਰਾਈਟੀ ਦੀ ਬਿਹਤਰੀਨ ਪੈਦਾਵਾਰ ਜਿਹੜੀ ਹੈ ਮਖਸੂਸ ਇਲਾਕੇ ਦੇ ਵਿੱਚ ਉਹ ਤੁਸੀਂ ਡਿਟਰਮਿਨ ਕਰਦੇ ਹੋ। ਕਿਆ ਯੂਨੀਵਰਸਿਟੀ ਦਾ ਤੁਸੀਂ ਜ਼ਿਕਰ ਕਰ ਰਹੇ ਸੋ, ਕਿਆ ਬੱਚੇ ਜਿਹੜੇ ਨੇ ਯੂਨੀਵਰਸਿਟੀਜ਼ ਚੋਂ ਇੱਥੇ ਕੋਈ ਲਰਨਿੰਗ ਵਾਸਤੇ ਇੰਟਰਨਸ਼ਿਪ ਵਾਸਤੇ ਆਉਂਦੇ ਨੇ? ਸਾਡੇ ਹਰ ਜਿਹੜਾ ਅਡਾਪਟਿਵ ਰਿਸਰਚ ਫਾਰਮ ਹੈ ਉੱਥੋਂ ਸਾਰੀਆਂ ਜਿਹੜੀਆਂ ਐਗਰੀਕਲਚਰ ਯੂਨੀਵਰਸਿਟੀਜ਼ ਨੇ, ਜਿਸ ਤਰ੍ਹਾਂ ਬਾਰਾਨੀ ਐਗਰੀਕਲਚਰ ਯੂਨੀਵਰਸਿਟੀ ਹੈ, ਫੈਸਲਾਬਾਦ ਐਗਰੀਕਲਚਰ ਯੂਨੀਵਰਸਿਟੀ ਹੈ, ਦੂਸਰੀਆਂ ਨੇ, ਹਰ ਸਾਡੇ ਫਾਰਮ ਤੇ ਆਲਮੋਸਟ ਤਕਰੀਬਨ ਜਿਹੜੇ ਮੈਂ ਦੱਸੇ ਨੇ ਜਨਾਬ ਨੂੰ ਡਿਸਿਪਲਿਨ ਜਿਹੜੇ ਸਾਡੇ ਕੋਲ ਐਗਰੋਨੋਮੀ, ਪਲਾਂਟ ਪ੍ਰੋਟੈਕਸ਼ਨ, ਇੰਜੀਨੀਅਰਿੰਗ ਔਰ ਇਕਨੋਮਿਕਸ, ਇਹ ਚਾਰੋਂ ਡਿਸਿਪਲਿਨ ਦੇ ਜਿਹੜੇ ਸਟੂਡੈਂਟ ਨੇ ਹਰ ਯੂਨੀਵਰਸਿਟੀ ਤੋਂ ਆਉਂਦੇ ਨੇ ਸਾਡੇ ਕੋਲ। ਉਹਨਾਂ ਦੀ ਇੰਟਰਨਸ਼ਿਪ ਦਾ ਪੀਰੀਅਡ ਕਿਸੇ ਦਾ 2 ਮਹੀਨੇ ਦਾ, ਕਿਸੇ ਦਾ 3 ਮਹੀਨੇ ਦਾ, ਯੂਨੀਵਰਸਿਟੀ ਦਾ ਆਪਣਾ ਸ਼ਡਿਊਲ ਹੈ। ਔਰ ਸਾਡੇ ਜਿਹੜੇ ਸਾਇੰਟਿਸਟ ਨੇ ਉਹਨਾਂ ਦੇ ਨਾਲ ਅਟੈਚ ਹੋ ਜਾਂਦੇ ਨੇ, ਔਰ ਅਸੀਂ ਉਹਨਾਂ ਨੂੰ 3 ਮਹੀਨੇ ਤੱਕ ਇੱਥੇ ਫੁੱਲੀ ਫੈਸਿਲਿਟੇਟ ਕਰਨੇ ਆ, ਉਹਨਾਂ ਨੂੰ ਰੈਸਟ ਹਾਊਸ ਦੀ ਫੈਸਿਲਿਟੀ ਪ੍ਰੋਵਾਈਡ ਕਰਨੇ ਆ, ਔਰ ਯਕੀਨੀ ਤੌਰ ਤੇ ਉਹ ਸਾਡੀਆਂ ਜਿਹੜੀਆਂ ਫੀਲਡ ਆਬਜ਼ਰਵੇਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਨੋਟ ਕਰ ਰਹੇ ਹੁੰਦੇ ਨੇ, ਉਹਨਾਂ ਨੂੰ ਇੱਥੇ ਲਰਨਿੰਗ ਦਾ ਮੌਕਾ ਮਿਲਦਾ ਹੈ। ਔਰ ਫੈਸਲਾਬਾਦ ਯੂਨੀਵਰਸਿਟੀ ਨੇ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ, ਮੈਨੂੰ ਯਾਦ ਹੈ ਅੱਜ ਤੋਂ ਕਾਫੀ ਸਾਲ ਪਹਿਲੇ, 15 ਸਾਲ ਪਹਿਲੇ, ਉਦੋਂ ਉਹਨਾਂ ਨੇ ਬਹੁਤ ਸਾਰੇ ਇੰਸਟੀਚਿਊਟ ਦੇ ਵਿੱਚ ਉਹਨਾਂ ਨੇ ਭੇਜਣੇ ਸ਼ੁਰੂ ਕੀਤੇ। ਔਰ ਕਈਆਂ ਜਗ੍ਹਾ ਤੋਂ ਐਸਾ ਸੀ ਕਿ ਬੱਚਿਆਂ ਦੀ ਜਦੋਂ ਵਾਪਸੀ ਤੇ ਉਹਨਾਂ ਦੀ ਵੈਲਿਊਏਸ਼ਨ ਹੁੰਦੀ ਸੀ, ਪਰਫਾਰਮੈਂਸ ਉਹਨਾਂ ਦੀ ਨਹੀਂ ਸੀ ਅੱਛੀ ਹੁੰਦੀ, ਉੱਥੋਂ ਬੰਦ ਕੀਤੇ ਨੇ। ਲੇਕਿਨ ਅਡਾਪਟ ਰਿਸਰਚ ਇੱਕ ਵਾਹਿਦ ਐਸਾ ਅਦਾਰਾ ਹੈਗਾ ਜਿਹਦੇ ਵਿੱਚ ਡੇ 1 ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਹਰ ਡਿਸਿਪਲਿਨ ਦੇ ਔਰ ਹਰ ਯੂਨੀਵਰਸਿਟੀ ਦੇ ਜਿਹੜੇ ਬੱਚੇ ਨੇ ਉਹ ਸਾਡੇ ਕੋਲ ਇੰਟਰਨਸ਼ਿਪ ਵਾਸਤੇ ਆ ਰਹੇ ਨੇ। ਚਲ ਸਾਹਿਬ, ਮੇਰਾ ਬੇਸਿਕਲੀ ਕਹਿ ਲਓ ਇਹ ਸਵਾਲ ਪੁੱਛਣ ਦਾ ਇੰਟਰਸਟ ਇਹ ਸੀ ਕਿ ਅਸੀਂ ਆਪ ਹੀ ਜਦੋਂ ਯੂਨੀਵਰਸਿਟੀ ਤੋਂ ਪੜ੍ਹੇ ਹਾਂ, ਸਾਡਾ ਦੇਖੋ ਜੀ ਜਿੰਨਾ ਚਿਰ ਪੜ੍ਹੇ ਹੁੰਦੇ ਆ ਨਾ, ਇੱਕੋ ਹੀ ਕੰਮ ਹੁੰਦਾ ਜਨਾਬ, CGPA ਹੈ ਸਰ, CGPA ਬਹੁਤ ਅੱਛੀ ਬਣ ਜਾਏ। ਅੱਛਾ, ਐਗਰੀਕਲਚਰ ਪ੍ਰੈਕਟੀਕਲ ਲਰਨ ਅਸੀਂ ਕੀਤਾ ਜਦੋਂ ਅਸੀਂ ਜੌਬਸ 'ਚ ਆ ਗਏ। ਮੈਂ ਪ੍ਰਾਈਵੇਟ ਸੈਕਟਰ ਚਲ ਗਿਆ, ਜਨਾਬ ਗਵਰਨਮੈਂਟ ਸੈਕਟਰ 'ਚ ਆ ਗਏ। ਤੇ ਮੈਂ ਇਹ ਸਮਝਦਾ ਵਾਂ ਕਿ ਜਿਹੜੇ ਵੀ ਐਗਰੀਕਲਚਰ ਗ੍ਰੈਜੂਏਟਸ ਨੇ ਉਹਨਾਂ ਵਾਸਤੇ ਕਹਿ ਰਿਹਾ ਸੀ ਕਿ ਦਿਸ ਇਜ਼ ਦੀ ਬੈਸਟ ਏਰੀਆ ਟੂ ਸਪੈਂਡ ਏ ਟਾਈਮ, ਟੂ ਹੈਵ ਏ ਪ੍ਰੋਪਰ ਟ੍ਰੇਨਿੰਗ, ਪ੍ਰੋਪਰ ਜਿਤਨੀ ਵੀ ਟ੍ਰੇਨਿੰਗ ਉਹ ਹੈ ਉਹ ਇੱਥੇ ਬੈਸਟ ਮਿਲ ਸਕਦੀ ਹੈ। ਤੁਹਾਡੇ ਜਿਹੜੇ ਏਰੀਆਜ਼ ਨੇ ਫॉर ਸਪੈਸ਼ਲਾਈਜੇਸ਼ਨ, ਮਤਲਬ ਐਗਰੀਕਲਚਰ ਦੇ ਵਿੱਚ ਐਗਰੋਨਮੀ, ਜ਼ਾਹਿਰ ਹੈ ਜਿੰਨੀ ਵੀ ਐਗਰੀਕਲਚਰਲ ਪ੍ਰੈਕਟਿਸਿਸ ਨੇ, ਮੈਥਡੋਲੋਜੀਜ਼ ਨੇ, ਲੇਟੈਸਟ ਜਿਹੜੀਆਂ ਵੀ ਇੰਟਰਵੈਂਸ਼ਨਸ ਨੇ ਉਹ ਇੱਥੇ ਸਿੱਖ ਸਕਦਾ। ਫਿਰ ਪਲਾਂਟ ਪ੍ਰੋਟੈਕਸ਼ਨ ਸਭ ਤੋਂ ਵੱਡਾ ਮੇਜਰ ਏਰੀਆ ਇੱਥੇ। ਫਿਰ ਉਸ ਤੋਂ ਬਾਅਦ ਇਕਨੋਮਿਕਸ ਤੁਹਾਡੀ ਆ ਗਈ, ਮਤਲਬ ਫਾਰਮਰ ਵਾਸਤੇ ਬੈਸਟ ਸੂਟੇਬਿਲਿਟੀ। ਸੋ ਇਸ ਪੁਆਇੰਟ ਆਫ ਵਿਊ ਨਾਲ ਪੁੱਛ ਰਿਹਾ ਸਾਂ ਕਿ ਕਿਸੇ ਵੀ ਐਗਰੀਕਲਚਰ ਗ੍ਰੈਜੂਏਟ ਵਾਸਤੇ ਲਰਨਿੰਗ ਦਾ ਬੈਸਟ ਮੌਕਾ ਨਹੀਂ ਤੁਹਾਡੇ ਕੋਲ ਆਉਣਾ? ਮੈਂ ਇਹ ਗੁਜ਼ਾਰਿਸ਼ ਕਰੇ ਜੋ ਫੀਲਡ ਦੇ ਵਿੱਚ ਫਾਰਮਰ ਪ੍ਰੈਕਟਿਸਿਸ ਅਡਾਪਟ ਕਰ ਰਿਹਾ ਹੈ ਔਰ ਉਹਨੂੰ ਉਹਦੀ ਅਡਾਪਸ਼ਨ ਦੇ ਵਿੱਚ ਜਾਂ ਉਸ ਟੈਕਨੋਲੋਜੀ ਨੂੰ ਅਡਾਪਟ ਕਰਨ ਦੇ ਵਿੱਚ ਜਿਹੜੇ ਮਸਾਇਲ ਨੇ ਉਹਨਾਂ ਦੇ ਉੱਪਰ ਸਾਡੀ ਰਿਸਰਚ ਹੈ ਔਰ ਇਹ ਉਹ ਅਸੀਂ ਕੰਮ ਕਰ ਰਹੇ ਹਾਂ ਜਿਹੜਾ ਡਾਇਰੈਕਟਲੀ ਫਾਰਮਰ ਦੇ ਨਾਲ ਰਿਲੇਟਡ ਹੈ ਜਾਂ ਫੀਲਡ ਦੇ ਨਾਲ ਰਿਲੇਟਡ ਹੈ। ਇਸ ਕਰਕੇ ਮੈਂ ਸਮਝਦਾ ਕਿ ਜਿੰਨਾ ਅੱਛਾ ਸਾਡੇ ਅਡਾਪਟ ਰਿਸਰਚ ਫਾਰਮ ਤੇ ਇੱਕ ਫਰੈਸ਼ ਗ੍ਰੈਜੂਏਟ ਹੈ ਜਿਹੜਾ ਉਹਨੂੰ ਸਿੱਖਣ ਦਾ ਮੌਕਾ ਮਿਲਦਾ ਹੈ। ਸ਼ਾਇਦ ਮੇਰਾ ਖਿਆਲ ਹੈ ਯੂਨੀਵਰਸਿਟੀ ਦੇ ਅੰਦਰ ਔਰ ਬੇਸਿਕ ਰਿਸਰਚ ਦੇ ਜਿਹੜੇ ਅਦਾਰੇ ਨੇ ਉੱਥੇ ਉਹ ਚੀਜ਼ ਉਹਨੂੰ ਸਿੱਖਣ ਦਾ ਨਹੀਂ ਮੌਕਾ ਮਿਲ ਸਕਦਾ ਜਿੰਨਾ ਸਾਡੇ ਅਡਾਪਟ ਰਿਸਰਚ ਫਾਰਮਾਂ ਤੇ ਉਹਨੂੰ ਮਿਲਦਾ। ਅੱਛਾ ਜੋ ਸਭ ਸਾਡੇ ਕਲਾਈਮੈਟਿਕ ਚੇਂਜ ਉੱਤੇ ਇਸ ਵੇਲੇ ਬੜਾ ਕਹਿ ਲਓ ਇੱਕ ਸੀਰੀਅਸ ਇਸ਼ੂ ਹੈ। ਕਲਾਈਮੈਟਿਕ ਚੇਂਜ ਦੀਆਂ ਕੋਈ ਚੀਜ਼ਾਂ ਕਨਫਰੰਟ ਕਰ ਰਹੇ ਹੋ ਤੁਸੀਂ?
ਇਹਦੇ ਦੇਖੋ ਜਿਹੜੇ ਵੀ ਸਾਡੀਆਂ ਕ੍ਰਾਪਸ ਨੇ ਨਾ, ਮੈਂ ਪਹਿਲੇ ਕ੍ਰਾਪਸ ਨੂੰ ਦੱਸਾਂਗਾ ਜਿਨ੍ਹਾਂ ਦੇ ਉੱਪਰ ਸਾਡੇ ਪੂਰੇ ਪੰਜਾਬ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਮਸਲਨ ਖਰੀਫ ਦੀ ਅਗਰ ਅਸੀਂ ਗੱਲ ਕਰੀਏ, ਉਹਦੇ 'ਚ ਅਸੀਂ ਕਪਾਸ 'ਤੇ ਕੰਮ ਕਰ ਰਹੇ ਹਾਂ। ਰਾਈਸ ਜ਼ੋਨ ਦੇ ਵਿੱਚ ਅਸੀਂ ਰਾਈਸ 'ਤੇ ਕੰਮ ਕਰ ਰਹੇ ਹਾਂ। ਸ਼ੂਗਰ ਕੇਨ 'ਤੇ ਸਾਡੇ ਟਰਾਇਲ ਲੱਗ ਰਹੇ ਨੇ। ਫਿਰ ਰਬੀ ਦੇ ਵਿੱਚ ਗੰਦਮ ਸਾਡੀ ਬਹੁਤ ਬੜੀ ਕ੍ਰਾਪ ਹੈਗੀ ਹੈ। ਆਇਲ ਸੀਡ ਕ੍ਰਾਪਸ ਦੇ ਵਿੱਚ ਸਾਡੀਆਂ ਜਿੰਨੀਆਂ ਵੀ ਆਉਂਦੀਆਂ ਨੇ, ਸਰਸੋਂ ਹੈ, ਤੋਰੀਆ ਹੈ, ਕਨੋਲਾ, ਉਹਨਾਂ 'ਤੇ ਕੰਮ ਕਰ ਰਹੇ ਹਾਂ। ਈਵਨ ਬਰਾਨੀ ਏਰੀਆ ਦੇ ਵਿੱਚ ਸਾਡੇ ਗਰਾਊਂਡ ਨਟ ਦੇ ਉੱਪਰ ਬਹੁਤ ਸਾਰੇ ਸਾਡੇ ਟਰਾਇਲ ਲੱਗੇ ਹੁੰਦੇ ਨੇ। ਬਾਗਾਤ ਦੀ ਅਗਰ ਅਸੀਂ ਬਾਤ ਕਰਾਂਗੇ ਤਾਂ ਉਹਦੇ ਵਿੱਚ ਮੈਂਗੋ ਤੇ ਸਿਟਰਸ ਤੇ ਗੁਆਵਾ ਤੇ ਇਹਨਾਂ ਦੇ ਸਾਡੇ ਉੱਪਰ ਟਰਾਇਲ ਲੱਗੇ ਹੁੰਦੇ ਨੇ। ਔਰ ਜਦੋਂ ਅਸੀਂ ਮੇਜਰ ਕ੍ਰਾਪਸ ਦੀ ਬਾਤ ਕਰਾਂਗੇ, ਉਹਦੇ ਵਿੱਚ ਦੇਖੋ ਇੱਕ ਜ਼ੋਨ ਤੋਂ ਦੂਸਰੇ ਜ਼ੋਨ ਦੇ ਵਿੱਚ ਜਿਹੜੀਆਂ ਸਾਡੀਆਂ ਸਿਫਾਰਸ਼ਾਤ ਨੇ ਉਹ ਬਦਲ ਜਾਂਦੀਆਂ। ਔਰ ਸਾਡੇ ਜਿਹੜੇ ਬਹੁਤ ਸਾਰੇ ਜਿਹੜੇ ਟਰਾਇਲ ਨੇ, ਇਸ ਤਰ੍ਹਾਂ ਜਦੋਂ ਇੱਕ ਕੋਈ ਨਈ ਵੈਰਾਈਟੀ ਆ ਰਹੀ ਆ ਜਾਂ ਨਈ ਇੱਕ ਅਸੀਂ ਚੀਜ਼ ਇਨਫੋਰਮੇਸ਼ਨ ਟੈਸਟ ਕਰ ਰਹੇ ਹਾਂ। ਲੇਕਿਨ ਤੁਸੀਂ ਸੈਂਸ ਕਰ ਰਹੇ ਹੋ ਕਲਾਈਮੈਟਿਕ ਚੇਂਜ ਨੂੰ ਬਹੁਤ ਜ਼ਿਆਦਾ। ਉਹਦੇ 'ਚ ਮਸਲਨ ਮੈਂ ਇਹ ਕਹਾਂਗਾ ਕਿ ਜਿਵੇਂ ਫਰਜ਼ ਕਰੋ ਕਿ ਗੰਦਮ ਦੀ ਜਿਹੜੀ ਸੋਇੰਗ ਹੈ, ਪਹਿਲੇ ਕਿਸੇ ਵਕਤ ਦੇ ਵਿੱਚ ਮਿਡ ਅਕਤੂਬਰ ਦੇ ਵਿੱਚ ਸਾਡੀ ਸਿਫਾਰਸ਼ਾਤ ਆ ਰਹੀਆਂ ਹੁੰਦੀਆਂ ਸਨ ਕਦੋਂ ਸੋਇੰਗ ਕਰ ਦਿੱਤੀ ਜਾਵੇ। ਕਪਾਹ ਦੀ ਅਗਰ ਅਸੀਂ ਬਾਤ ਕਰੀਏ ਤਾਂ ਕਪਾਹ ਕਿਸੇ ਦੌਰ ਦੇ ਵਿੱਚ ਸਾਡੀ ਸਿਫਾਰਸ਼ਾਤ ਹੁੰਦੀਆਂ ਸੀ ਕਿ ਇਹਨੂੰ ਜਿਹੜੀ ਬਿਜਾਈ ਆ ਜੂਨ ਦੇ ਵਿੱਚ ਸ਼ੁਰੂ ਕੀਤੀ ਜਾਵੇ। ਮਈ ਦੇ ਵਿੱਚ ਅਸੀਂ ਅਗਰ ਸੋਇੰਗ ਕਰਦੇ ਸਾਂ, ਸਟੰਟਿੰਗ ਗਰੋਥ ਸੀ। ਕਲਾਈਮੈਟਿਕ ਕੰਡੀਸ਼ਨਸ ਨੂੰ ਮੱਦੇਨਜ਼ਰ ਰੱਖਦੇ ਹਾਂ ਜਦੋਂ ਅਸੀਂ ਉਹਦੇ ਉੱਪਰ ਸੋਇੰਗ ਡੇਟ ਦੇ ਟਰਾਇਲ ਕਰਦੇ ਹਾਂ, ਤੇ ਸੋਇੰਗ ਡੇਟ ਇੰਟਾਇਰਲੀ ਚੇਂਜ ਹੋ ਗਈ ਹੁਣ ਪਹਿਲੇ ਦੇ ਬਾਅਦ ਤੋਂ। ਅਗਰ 20 ਸਾਲ ਪਹਿਲੇ ਦੇ ਯਾਨੀ ਜਨਾਬ ਇਹ ਫਰਮਾ ਰਹੇ ਨੇ ਕਿ ਬਿਲਕੁਲ ਕਲਾਈਮੈਟਿਕ ਚੇਂਜ ਜਿਹੜੀ ਹੈ ਐਗਰੀਕਲਚਰ ਦੀ ਸਾਡੀ ਫਾਰਮਿੰਗ ਦੇ ਉੱਤੇ ਇੱਕ ਬਹੁਤ ਵੱਡਾ ਇੰਪੈਕਟ ਲਿਆ ਰਹੀ ਹੈ। ਔਰ ਸਾਨੂੰ ਸਾਇੰਟਿਸਟ ਨੂੰ ਇਸ ਵੇਲੇ ਜ਼ਰੂਰਤ ਹੈ ਐਸੀ ਵੈਰਾਈਟੀਜ਼ ਨੂੰ ਡਿਟਰਮਨ ਕਰਨ ਦਾ, ਇਨਵੈਂਟ ਕਰਨ ਦਾ, ਐਸੀਆਂ ਵੈਰਾਈਟੀਜ਼ ਤਿਆਰ ਕਰਨ ਦਾ ਕਿ ਜਿਹੜਾ ਮੌਸਮੀ ਤਬਦੀਲੀਆਂ ਦੇ ਨਾਲ ਚੱਲ ਸਕੇ। ਅੱਛਾ ਚੌ ਸਾਹਿਬ ਇਹ ਫਰਮਾਓ ਕਿ ਜਦੋਂ ਕੋਈ ਵੀ ਵੈਰਾਈਟੀ ਤੁਸੀਂ ਲੈ ਕੇ ਆਉਂਦੇ ਹੋ, ਕੋਈ ਵੀ ਸੀਡ ਲੈ ਕੇ ਆਉਂਦੇ, ਕਿਹੜੇ ਕੰਪੋਨੈਂਟਸ ਮੇਜਰ ਨੇ ਜਿਹਨੂੰ ਤੁਸੀਂ ਸਟੱਡੀ ਕਰ ਰਹੇ ਹੁੰਦੇ? ਇਹਦੇ ਸਭ ਤੋਂ ਪਹਿਲੇ ਤਾਂ ਮੈਂ ਕਹਾਂਗਾ ਕਿ ਅਸੀਂ ਜ਼ਮੀਨ ਦੀ ਤਿਆਰੀ ਤੋਂ ਲੈ ਕੇ ਤੇ ਉਹਦੀ ਮਾਰਕੀਟਿੰਗ ਤੱਕ, ਪ੍ਰੋਡਕਸ਼ਨ ਟੈਕਨੋਲੋਜੀ ਦੇ ਵਿੱਚ ਜਿੰਨੇ ਵੀ ਮਰਾਹਲ ਆਉਂਦੇ ਨੇ, ਆਲਮੋਸਟ ਤਕਰੀਬਨ ਹਰ ਉਹਦੀ ਜਿਹੜੀ ਟੈਕਨੋਲੋਜੀ ਅਸੀਂ ਉਹਨੂੰ ਟੈਸਟ ਕਰ ਰਹੇ ਹੁੰਦੇ ਆਪਣੇ ਫਾਰਮਾਂ ਦੇ ਉੱਪਰ। ਠੀਕ ਹੈ। ਅਗਰ ਅਸੀਂ ਗੱਲ ਕਰੀਏ ਅੱਜ ਕੱਲ੍ਹ ਚੂੰਕਿ ਇਸ ਦੌਰ ਦੇ ਵਿੱਚ ਮੈਕਨਾਈਜੇਸ਼ਨ ਦਾ ਦੌਰ ਹੈ, ਤੇ ਜ਼ਮੀਨ ਦੀ ਤਿਆਰੀ ਤੋਂ ਹੀ ਮਸ਼ੀਨਰੀ ਦੀ ਇਨਵੋਲਵਮੈਂਟ ਸ਼ੁਰੂ ਹੋ ਜਾਂਦੀ ਹੈ। ਉਹਦੇ 'ਚ ਅਸੀਂ ਲੈਂਡ ਪ੍ਰੈਪਰੇਸ਼ਨ 'ਤੇ ਕੰਮ ਕਰਨੇ ਆ, ਸੀਡ ਬੈਡ ਪ੍ਰੈਪਰੇਸ਼ਨ 'ਤੇ ਕੰਮ ਕਰਨੇ ਆ, ਉਹਦੀ ਸੋਇੰਗ ਟੈਕਨੀਕਸ ਨੇ ਜਿਹੜੀਆਂ ਮੁਖਤਲਿਫ ਉਹਨਾਂ ਦੇ ਉੱਪਰ ਕੰਮ ਕਰ ਰਹੇ ਆ, ਹਾਰਵੈਸਟਿੰਗ ਦੇ ਉੱਪਰ ਅਸੀਂ ਕੰਮ ਕਰ ਰਹੇ ਆ। ਰਾਈਸ ਦੇ ਵਿੱਚ ਈਵਨ ਸਾਡਾ ਇੱਕ ਬਹੁਤ ਬੜਾ ਪ੍ਰੋਜੈਕਟ ਚੱਲ ਰਿਹਾ ਹੈਗਾ ਜਿਹਦੇ 'ਚ ਅਸੀਂ ਰਾਈਸ ਟਰਾਂਸਪਲਾਂਟਰ ਜਿਹੜੇ ਨੇ ਉਹ ਮੈਕਨਾਈਜੇਸ਼ਨ ਦਾ 2 ਸਾਲ ਤੋਂ ਪਹਿਲੇ ਪ੍ਰੋਜੈਕਟ ਸ਼ੁਰੂ ਕੀਤਾ ਹੈ। ਉਹ ਅਸੀਂ ਜ਼ਿਮੀਂਦਾਰਾਂ ਨੂੰ ਵੀ ਦੇ ਰਹੇ ਹਾਂ ਸਬਸਿਡੀ ਤੇ, ਔਰ ਆਪਣੇ ਸਾਡੇ ਫਾਰਮ ਨੇ ਜਿਹੜੇ ਉਹਨਾਂ ਦੇ ਉੱਪਰ ਵੀ ਅਸੀਂ ਮੈਕਨਾਈਜੇਸ਼ਨ ਦੇ ਉੱਪਰ। ਸਾਹਿਬ ਸਾਡੀ ਮੁੰਜੀ ਦੇ ਵਿੱਚ ਸਭ ਤੋਂ ਵੱਡਾ ਸਿਆਪਾ ਲਾਬੀਏ ਨਹੀਂ ਲੱਭਦੇ, ਉਹਦੇ ਤੇ ਵੀ ਕੋਈ ਚੀਜ਼ ਆ ਗਈ ਹੈ? ਅਸੀਂ ਅਡਾਪਟਰਸ ਦੇ ਹਵਾਲੇ ਨਾਲ ਮੈਂ ਇਸ ਬਾਤ ਕਰਾਂਗਾ ਕਿ ਪੂਰੇ ਪੰਜਾਬ ਦੇ ਵਿੱਚ ਨਹੀਂ ਬਲਕਿ ਜਿਹੜੇ 15 ਸਾਡੇ ਮੇਜਰ ਡਿਸਟ੍ਰਿਕਟ ਨੇ ਜਿਨ੍ਹਾਂ ਦੇ ਵਿੱਚ ਰਾਈਸ ਟਰਾਂਸਪਲਾਂਟ ਹੁੰਦੀ ਹੈ, ਕਾਸ਼ ਕੀਤੀ ਜਾਂਦੀ ਹੈ। ਪੰਜਾਬ ਦੇ 15 ਜ਼ਿਲ੍ਹਾ ਦੇ ਵਿੱਚ ਜਿੱਥੇ ਰਾਈਸ ਜ਼ਿਆਦਾ ਏਰੀਆਜ਼ ਦੇ ਉੱਪਰ ਕਾਸ਼ ਕੀਤੀ ਜਾਂਦੀ ਆ, ਉਹਨਾਂ ਜ਼ਿਲ੍ਹਿਆਂ ਦੇ ਵਿੱਚ ਅਸੀਂ 50% ਸਬਸਿਡੀ ਦੇ ਉੱਪਰ ਜ਼ਿਮੀਂਦਾਰਾਂ ਨੂੰ ਰਾਈਸ ਟਰਾਂਸਪਲਾਂਟਰ ਜਿਹੜੇ ਆ ਅਸੀਂ ਦੇ ਰਹੇ ਹਾਂ ਅੱਧੀ ਕੀਮਤ ਤੇ। ਔਰ 2 ਤਰ੍ਹਾਂ ਦੇ ਟਰਾਂਸਪਲਾਂਟਰ ਨੇ ਜਿਨ੍ਹਾਂ ਨੂੰ ਇੱਕ ਅਸੀਂ ਰਾਈਡਿੰਗ ਟਾਈਪ ਟਰਾਂਸਪਲਾਂਟਰ ਕਹਿੰਦੇ ਆ, ਦੂਸਰਾ ਵਾਕ ਆਫਟਰ ਟਾਈਪ ਟਰਾਂਸਪਲਾਂਟਰ ਹੈ। ਉਹਦੇ ਨਾਲ ਨਰਸਰੀ ਜਿਹੜੀ ਸੋਇੰਗ ਦੀ ਮਸ਼ੀਨ ਹੈ ਉਹ ਵੀ ਅਸੀਂ ਉਹਨਾਂ ਨੂੰ ਦੇ ਰਹੇ ਹਾਂ। ਔਰ ਇਹ 6000 ਮਿਲੀਅਨ ਰੁਪਈਸ ਦਾ ਜਿਹੜਾ ਇਹ ਟੋਟਲ ਪ੍ਰੋਜੈਕਟ ਹੈ 2019 ਤੋਂ ਸ਼ੁਰੂ ਹੋਇਆ ਸੀ, ਤੀਸਰਾ ਸਾਲ ਹੋਣੇ ਦਾ ਸ਼ੁਰੂ ਹੋ ਗਿਆ। ਅਸੀਂ ਆਪਣੇ ਫਾਰਮਾਂ ਤੇ ਵੀ ਜਿਹੜੀ ਮੁੰਜੀ ਦੀ ਕਾਸ਼ ਜਿਹੜੀ ਉਸ ਟਰਾਂਸਪਲਾਂਟਰ ਨਾਲ ਕਰ ਰਹੇ ਹਾਂ ਹੁਣ 2 ਸਾਲ ਤੋਂ, ਔਰ ਇਸੇ ਤਰ੍ਹਾਂ ਹੀ ਅਸੀਂ ਜ਼ਿਮੀਂਦਾਰਾਂ ਨੂੰ ਵੀ ਦੇ ਰਹੇ ਹਾਂ ਤੇ ਜ਼ਿਮੀਂਦਾਰਾਂ ਦੇ ਨਾਲ ਜਿਹੜੇ ਸਰਵਿਸ ਪ੍ਰੋਵਾਈਡਰ ਨੇ ਉਹਨਾਂ ਨੂੰ ਵੀ ਇਸ ਪ੍ਰੋਜੈਕਟ ਦੇ ਤਹਿਤ ਮਸ਼ੀਨਰੀ ਜਿਹੜੀ ਅਸੀਂ ਦੇ ਰਹੇ ਹਾਂ। 50% ਜ਼ਿਮੀਂਦਾਰ ਉਹਦੇ ਤੇ ਪੈਸੇ ਦੇ ਰਿਹਾ, 50% ਜਿਹੜੀ ਆ ਗਵਰਨਮੈਂਟ ਉਹਦੇ ਵਿੱਚ ਦੇ ਰਹੀ ਹੈ। 50% ਸਬਸਿਡੀ ਉਹਦੇ 'ਚ ਨਾਲ ਮੈਕਨਾਈਜੇਸ਼ਨ ਤੋਂ ਇਲਾਵਾ ਫਿਰ ਅਸੀਂ ਐਗਰੋਨੋਮੀ ਦੇ ਹਵਾਲੇ ਨਾਲ ਉਹਦੀ ਪ੍ਰੋਡਕਸ਼ਨ ਟੈਕਨੋਲੋਜੀ ਦੇ ਹਵਾਲੇ ਨਾਲ ਜਿਹੜੇ ਅਸੀਂ ਟਰਾਇਲ ਲਗਾਉਂਦੇ ਹਾਂ ਉਹਦੇ 'ਚ ਉਹਦਾ ਵਕਤੇ ਕਾਸ਼ ਤੇ ਉਹਨਾਂ ਦੇ ਉੱਪਰ ਜਿਹੜੀ ਉਹਨਾਂ ਦੀ ਪਲਾਂਟ ਪਾਪੂਲੇਸ਼ਨ ਹੈ। ਅੱਜ ਕੱਲ੍ਹ ਚੁੱਕੇ ਪਾਣੀ ਦਾ ਬਹੁਤ ਬੜਾ ਇਸ਼ੂ ਹੈ ਚੱਲ ਰਿਹਾ, ਤੇ ਹਰ ਜਿਹੜੀ ਫਸਲ ਹੈ ਅਸੀਂ ਉਹਦੇ ਉੱਪਰ ਇਸ ਹਵਾਲੇ ਨਾਲ ਉਹਨੂੰ ਟੈਸਟ ਕਰਨੇ ਕਿ ਉਹਦੀ ਪਾਣੀ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਕਮ ਤੋਂ ਕਮ ਕੀਤੀ ਜਾਵੇ। ਹਾਈ ਐਫੀਸ਼ੀਐਂਸੀ ਸਾਡੇ ਹਰ ਫਾਰਮ ਦੇ ਆਲਮੋਸਟ ਅਡਾਪਟਡ ਫਾਰਮ ਤੇ ਸਾਡਾ ਡ੍ਰਿਪ ਇਰੀਗੇਸ਼ਨ ਦੇ ਉੱਪਰ ਸਾਡੇ ਟਰਾਇਲ ਚੱਲ ਰਹੇ ਨੇ। ਇਸ ਦੇ ਨਾਲ ਸਾਡੇ ਜਿਹੜੇ ਪਲਾਂਟ ਪ੍ਰੋਟੈਕਸ਼ਨ ਦੀ ਅਸੀਂ ਜਦੋਂ ਬਾਤ ਕਰਾਂਗੇ ਤਾਂ ਮੁਖਤਲਿਫ ਵੀਡੀਸਾਈਡ ਅਸੀਂ ਟੈਸਟ ਕਰਨੇ ਆ। ਪਲਾਂਟ ਪ੍ਰੋਟੈਕਸ਼ਨ ਮੇਜਰ ਦੇ ਹਵਾਲੇ ਨਾਲ ਮੁਖਤਲਿਫ ਜਿਹੜੇ ਕੀੜੇ ਨੇ ਉਹਨਾਂ ਨੂੰ ਟੈਸਟ ਕਰਨ ਵਾਸਤੇ ਉਹਨਾਂ ਵਾਸਤੇ ਜਿਹੜੀਆਂ ਕੀੜੇ ਮਾਰ ਅਦਵਿਆਤ ਨੇ ਉਹਨਾਂ ਨੂੰ ਸਾਰਾ ਜੋ ਵੀ ਮੈਂ ਇਹ ਸਮਝਦਾ ਹਾਂ ਕਿ ਅਸੀਂ ਜਦੋਂ ਗੱਲ ਕਰਾਂਗੇ ਨਾ ਜੀ ਉਹਨਾਂ ਐਕਸਪਰਟਸ ਦੇ ਨਾਲ, ਜਿਵੇਂ ਪਲਾਂਟ ਪ੍ਰੋਟੈਕਸ਼ਨ ਸਾਈਡ ਤੇ ਅਗਰ ਗੱਲ ਆਏਗੀ ਤਾਂ ਯਕੀਨਨ ਐਂਟੋਮੋਲੋਜਿਸਟ ਇੱਥੇ ਮੌਜੂਦ ਨੇ। ਮੈਂ ਜਨਾਬ ਦੀ ਤਰਫੋਂ ਇੱਕ 1 ਲਾਈਨ ਪੈਗਾਮ ਚਾਹਾਂਗਾ। ਇਹਦੇ 'ਚ ਮੇਰੀ ਇਹ ਸਬਮਿਸ਼ਨ ਹੋਏਗੀ ਆਪਣੇ ਜ਼ਿਮੀਂਦਾਰਾਂ ਵਾਸਤੇ ਕਿ ਦੇਖੋ ਇਸ ਵਕਤ ਜ਼ਰਾਅਤ ਹੈ ਜਿਹੜੀ ਇਹ ਇੱਕ ਬਹੁਤ ਮਹਿੰਗਾ ਬਿਜ਼ਨਸ ਹੈ, ਔਰ ਸਾਡੇ ਜ਼ਿਮੀਂਦਾਰ ਜਿਹੜੇ ਭਾਈ ਨੇ ਉਹਨਾਂ ਨੂੰ ਚਾਹੀਦਾ ਕਿ ਜ਼ਰਾਅਤ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਲੈ ਕੇ ਚੱਲਣ,
ਔਰ ਇਹਨੂੰ ਇੱਕ ਆਪਣਾ ਪ੍ਰੋਫਿਟੇਬਲ ਬਿਜ਼ਨਸ ਬਣਾਉਣ। ਸਾਡੇ ਕੋਲ ਏਰੀਆ ਮਜ਼ੀਦ ਜਿਹੜਾ ਉਹ ਨਹੀਂ बढ़ाया ਜਾ ਸਕਦਾ। ਸਾਡੇ ਕੋਲ ਜਿਹੜਾ ਆਲਰੇਡੀ ਕਲਟੀਵੇਟਡ ਏਰੀਆ ਹੈ ਉਹਦੇ ਉੱਪਰ ਹੀ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਲੈਣ ਦਾ ਅਸੀਂ ਪਲਾਨ ਬਣਾਵਾਂਗੇ। ਔਰ ਹਰ ਉਹ ਜ਼ਿਮੀਂਦਾਰ ਜਿਹੜੀ ਮਹਿਕਮਾ ਦੀ ਸਿਫਾਰਿਸ਼ ਕਰਦਾ ਸਾਡੀਆਂ ਟੈਕਨੋਲੋਜੀਜ਼ ਨੇ ਉਹਨੂੰ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਅਪਣਾਏਗਾ ਆਪਣੇ ਯੂਨਿਟ ਤੇ ਆਪਣੀ ਜ਼ਮੀਨ ਤੇ, ਉਨੀ ਯਕੀਨੀ ਤੌਰ ਤੇ ਉਹਦੀ ਪੈਦਾਵਾਰ ਜ਼ਿਆਦਾ ਅੱਛੀ ਆਏਗੀ ਤੇ ਉਹਦਾ ਮੁਨਾਫਾ ਜਿਹੜਾ ਹੈ ਉਹ ਉਨਾ ਹੀ ਜ਼ਿਆਦਾ ਅੱਛਾ ਹੋਏਗਾ। ਇਹੀ ਮੇਰਾ ਅੱਜ ਦੇ ਪ੍ਰੋਗਰਾਮ ਦੇ ਥਰੂ ਮੈਸੇਜ ਹੈ ਜ਼ਿਮੀਂਦਾਰਾਂ ਵਾਸਤੇ ਕਿ ਜਿਹੜੀ ਉਹਨਾਂ ਨੇ ਫਾਰਮਿੰਗ ਕਰਨੀ ਹੈ ਆਪਣੀ, ਉਹਨੂੰ ਮੁਨਾਫਾ ਬਖਸ਼ ਬਣਾ ਕੇ ਉਹਨੂੰ ਚਲਾਉਣ। ਬਹੁਤ ਸ਼ੁਕਰੀਆ ਚੌਰ ਸਾਹਿਬ, ਬੜੀ ਖੂਬਸੂਰਤ ਗੱਲ ਕੀਤੀ ਤੁਸੀਂ। ਔਰ ਇਸ ਵੇਲੇ ਚੂँਕਿ ਜ਼ਰਾਈ ਮੁਦਾਖਲ ਦੀ ਗੱਲ ਕਰੀਏ ਤੇ ਸਾਰਿਆਂ ਨੂੰ ਪਤਾ ਹੈ ਕਿ ਇਸ ਵੇਲੇ ਯੂਰੀਆ ਦਾ ਬੋਰਾਨ ਬਣਿਆ ਪਿਆ ਹੈ। ਚਲੋ ਕੋਈ 100 200 400 ਮਹਿੰਗੀ ਵੀ ਲੱਭਦੀ ਹੋਵੇ ਲੇਕਿਨ ਪਾਓ ਜ਼ਰੂਰ। ਔਰ ਚੌਰ ਸਾਹਿਬ ਨੇ ਜਿਵੇਂ ਫਰਮਾਇਆ ਕਿ ਸਾਨੂੰ ਜ਼ਰਾਤ ਜਿਹੜੀ ਇਹਨੂੰ ਬਾਕਾਇਦਾ ਤੌਰ ਤੇ ਕਾਰੋਬਾਰ ਸਮਝ ਕੇ ਕਰਨਾ ਚਾਹੀਦਾ ਹੈ। ਜ਼ਿਆਦਾ ਪ੍ਰੋਫਿਟ ਜਿਹੜਾ ਅਸੀਂ ਹਾਸਲ ਕਰਨਾ ਹੈ ਵਿਦਿਨ ਲਿਮਟਿਡ ਟਾਈਮ, ਕੋਈ ਇੱਕ ਦਿਨ ਵੀ ਅਸਾਂ ਜ਼ਾਇਆ ਨਹੀਂ ਕਰਨਾ। ਇਵੇਂ ਜਿਵੇਂ ਚੌਰ ਸਾਹਿਬ ਫਰਮਾ ਰਹੇ ਸਨ ਹਾਈ ਐਫੀਸ਼ੀਐਂਸੀ ਇਰੀਗੇਸ਼ਨ ਸਿਸਟਮ, ਔਰ ਹਰ ਗੱਲ ਚੌਰ ਸਾਹਿਬ ਨੇ ਜਿਹੜੀ ਕੀਤੀ ਹੈ ਇਹ ਬੜੀ ਅਹਿਮ ਹੈ। ਕਿਉਂਕਿ ਅੱਜ ਕੱਲ੍ਹ ਧੁੰਦਾਂ ਵੀ ਪੈ ਰਹੀਆਂ ਨੇ ਤੇ ਮੈਂ ਇਹ ਰਿਕੁਐਸਟ ਕਰਾਂਗਾ ਕਾਸ਼ਤਕਾਰ ਭਾਈਆਂ ਨੂੰ ਕਿ ਨੰਬਰ 1 ਤੇ ਜਦੋਂ ਗੰਨੇ ਦੀ ਟਰਾਲੀਆਂ ਲੈ ਕੇ ਜਾਂਦੇ ਹੋ ਪਏ ਤੇ ਖੁਦਾ ਦਾ ਵਾਸਤਾ ਜੇ ਉਹਦੀ ਬੈਕ ਸਾਈਡ ਤੇ ਕੋਈ ਲਾਈਟ ਦਾ ਬੰਦੋਬਸਤ ਜ਼ਰੂਰ ਕਰ ਦਿਓ, ਕਿਉਂਕਿ ਗੰਨਿਆਂ ਦਾ ਬੜਾ ਖਲਾਰ ਹੁੰਦਾ ਹੈ ਤੇ ਬਿਲਕੁਲ ਪਿੱਛੇ ਆਉਣ ਵਾਲੇ ਨੂੰ ਪਤਾ ਨਹੀਂ ਹੁੰਦਾ ਕਿ ਜਨਾਬ ਅੱਗੇ ਕੀ ਜਾ ਰਿਹਾ ਹੈ। ਜਿਹਨੇ ਬਾਈਪਾਸ ਕਰਨਾ ਹੈ, ਜਿਹਨੇ ਕਾਰ ਲੰਘਣੀ ਹੈ ਕੱਢਣੀ ਹੈ, ਉਹ ਐਕਸੀਡੈਂਟ ਹੋ ਸਕਦਾ ਹੈ ਜੀ। ਬਾਕੀ ਗੱਲਾਂ ਕਰਦੇ ਹਾਂ ਮਾਹਿਰੀਨ ਦੇ ਨਾਲ। ਬੁਨਿਆਦੀ ਤੌਰ ਤੇ ਅਡੈਪਟਿਵ ਰਿਸਰਚ ਡਿਪਾਰਟਮੈਂਟ ਜਿਹੜਾ ਕੰਮ ਕਰ ਰਿਹਾ ਹੁੰਦਾ ਹੈ, ਡੇਟ ਆਫ ਸੋਇੰਗ, ਟਾਈਮ ਆਫ ਸੋਇੰਗ ਔਰ ਡਿਫਰੈਂਟ ਬੈਸਟ ਮੈਥਡਸ ਔਰ ਮੈਥਡੋਲੋਜੀ, ਮਤਲਬ ਜ਼ਮੀਨ ਤਿਆਰ ਕਿੰਜ ਕਰਨੀ ਹੈ, ਕਿੰਨੇ ਫਾਸਲੇ ਤੇ ਕਿਸੇ ਵੀ ਫਸਲ ਦੀ ਕਾਸ਼ ਕਰਨੀ ਹੈ, ਕਿੰਨੇ ਪੌਦੇ ਲਗਾਉਣੇ ਨੇ, ਕਦੋਂ ਕਿਸ ਵਕਤ ਕਾਸ਼ ਕਰਨੀ ਹੈ, ਸਾਰੀਆਂ ਚੀਜ਼ਾਂ ਦੇ ਮੁਤਲਕ ਪੁੱਛਦੇ ਹਾਂ ਜਨਾਬ ਲਿਆਕਤ ਅਲੀ ਸਾਹਿਬ ਨੂੰ, ਜਿਹੜੇ ਕਿ ਬੇਸਿਕਲੀ ਬਾਏ ਸਬਜੈਕਟ ਐਗਰੋਨੋਮਿਸਟ ਨੇ। ਔਰ ਐਗਰੋਨੋਮਿਸਟ ਹੀ ਹਮੇਸ਼ਾ ਬੈਸਟ ਮੈਥਡਸ ਡਿਵਾਈਸ ਕਰਦੇ ਨੇ। ਐਗਰੋਨੋਮਿਸਟ ਹੀ ਹਮੇਸ਼ਾ ਜ਼ਿਮੀਂਦਾਰਾਂ ਨੂੰ ਦੱਸਦੇ ਨੇ ਕਿ ਫੀ ਏਕੜ ਜ਼ਿਆਦਾ ਪੈਦਾਵਾਰ ਹਾਸਲ ਕਰਨ ਵਾਸਤੇ ਜ਼ਿਮੀਂਦਾਰਾਂ ਨੂੰ ਕਿੰਜ ਦੀ ਵਾਈ ਬੀਜੀ ਕਰਨੀ ਚਾਹੀਦੀ ਹੈ ਜੀ ਜਨਾਬ। ਇਸ ਵੇਲੇ ਇਹ ਕਣਕ ਦਾ ਟਰਾਇਲ ਅਸੀਂ ਵੇਖ ਰਹੇ ਹਾਂ ਜੀ ਸਰ। ਜਨਾਬ ਇਸ ਫਾਰਮ ਦੇ ਉੱਤੇ ਐਜ਼ ਐਨ ਐਗਰੋਨੋਮਿਸਟ ਕਿਹੜਾ ਫਸਲਾਂ ਤੇ ਕੰਮ ਕਰ ਰਹੇ ਹੋ? ਔਰ ਕਿਉਂਕਿ ਮੈਨੂੰ ਇਸ ਪਾਸੇ ਨਜ਼ਰ ਆ ਰਿਹਾ ਕਣਕ ਤੇ ਅਸੀਂ ਟ੍ਰਾਇਲ ਦੇਖ ਰਹੇ ਹਾਂ। ਇਹ ਗੰਦਮ ਦੀਆਂ ਮੁxtਲਿਫ ਅਕਸਾਮ ਸਾਡੇ ਕੋਲ ਇਸ ਵਕਤ 7 ਅਕਸਾਮ ਲੱਗੀਆਂ ਹੋਈਆਂ ਇਸ ਫੀਲਡ ਦੇ ਵਿੱਚ। ਫਖਰੇ ਪੱਖਰ ਹੈ ਅਸੀਂ ਦੇਖ ਰਹੇ ਹਾਂ। ਇਸ ਤੋਂ ਅੱਗੇ ਹੈ ਸਾਡੀ MH 2021 ਵੈਰਾਈਟੀ ਹੈ, ਇਹ ਨਵੀਂ ਇਸੇ ਸਾਲ ਅਵਾਲੂ ਹੋਈ ਹੈ। ਇਸ ਤਰ੍ਹਾਂ ਇਹ ਸਾਡੀਆਂ 3 ਕਿਸਮਾਂ, ਇੱਕ ਸੁਬਹਾਨੀ ਹੈ ਤੇ ਇਹ 2021 ਹੈ। ਇਹ ਨਵੀਆਂ 3 ਕਿਸਮਾਂ, ਬਾਕੀ 4 ਕਿਸਮਾਂ ਪਿਛਲੇ ਸਾਲ ਤੋਂ ਚੱਲਦੀਆਂ ਆ ਰਹੀਆਂ। ਇਸ ਵੈਸੇ ਇਸ ਜਗ੍ਹਾ ਤੇ ਲਗਾਈਆਂ ਤਾਂ ਕਿ ਇਹਨਾਂ ਦਾ ਕੰਪੈਰੀਜ਼ਨ ਕਰਕੇ ਇੱਥੇ ਮੁxtਲਿਫ ਫਾਰਮਰ ਆਉਂਦੇ ਆ, ਸ਼ਹਿਰ ਦੇ ਬਹੁਤ ਸਾਰੇ ਲੋਕ ਸਵੇਰ ਸ਼ਾਮ ਇੱਥੇ ਆਉਂਦੇ, ਇਹਦਾ ਕੰਪੈਰੀਜ਼ਨ ਦੇਖਣ ਕਿ ਇਹਨਾਂ ਚੋਂ ਬਿਹਤਰੀਨ ਵੈਰਾਈਟੀ ਜਿਹੜੀ ਇਸ ਇਲਾਕੇ ਦੇ ਅੰਦਰ ਕਿਹੜੀ ਹੈ। ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਇੱਕ ਪਹਿਲੇ ਤੋਂ ਚੱਲਦੀ ਆ ਰਹੀ ਵੈਰਾਈਟੀ ਫੈਸਲਾਬਾਦ 2008 ਉਹ ਵੀ ਅਸੀਂ ਇੱਥੇ ਲਗਾਈ ਹੋਈ ਹੈ, ਇਹ ਵਾਲੀ, ਤਾਂ ਕਿ ਪੁਰਾਣੀਆਂ ਵੈਰਾਈਟੀਆਂ ਨਵੀਆਂ ਵੈਰਾਈਟੀਆਂ ਦਾ ਆਪਸ ਵਿੱਚ ਕੰਪੈਰੀਜ਼ਨ ਹੋ ਸਕੇ ਔਰ ਲੋਕਾਂ ਨੂੰ ਪਤਾ ਚੱਲੇ ਕਿ ਨਈ ਇਕਸਾਮ ਜਿਹੜੀ ਹੈ ਉਹਦੇ ਅੰਦਰ ਕਿਤਨੀ ਜ਼ਿਆਦਾ ਯਾਨੀ ਪੈਦਾਵਾਰ ਦੇਣ ਦੀ ਸਲਾਹੀਅਤ ਹੈ। ਠੀਕ ਹੈ। ਤੇ ਦੂਸਰਾ ਇਸ ਦੇ ਅੰਦਰ ਇਹ ਚੀਜ਼ਾਂ ਦੇਖਣੀਆਂ ਹੁੰਦੀਆਂ ਕਿ ਜ਼ਮੀਨ ਦੀ ਤਿਆਰੀ ਤੋਂ ਚੱਲ ਕੇ ਮਤਲਬ ਸਾਰੇ ਜਿਹੜੇ ਅਵਾਮਲ ਅਸੀਂ ਕਟਾਈ ਤੱਕ ਨਾ ਜੀ, ਸਾਰੇ ਦੇ ਸਾਰੇ ਅਵਾਮਲ ਐਗਰੋਨੋਮਿਸਟ ਦੇ ਅੰਦਰ, ਐਗਰੋਨੋਮੀ ਦੇ ਅੰਦਰ ਅਸੀਂ ਡੀਲ ਕਰਨੇ ਹੁੰਦੇ ਆ। ਅੱਛਾ, ਇਹ ਫਰਮਾਓ ਕਿ ਇਸ ਲਈ ਸਾਡੇ ਕੋਲ ਸ਼ੇਖੂਪੁਰਾ ਫਾਰਮ ਦੇ ਉੱਤੇ ਐਜ਼ ਐਨ ਐਗਰੋਨੋਮਿਸਟ ਕਿਹੜੀਆਂ ਫਸਲਾਂ ਤੇ ਕੰਮ ਕਰ ਰਹੇ ਹੋ? ਇੱਥੇ ਸਰ ਅਸੀਂ ਗੰਦਮ ਤੇ ਵੀ ਕੰਮ ਕਰ ਰਹੇ ਹਾਂ, ਮੁxtਲਿਫ ਅਸੀਂ ਡਿਵਰਸੀਫਿਕੇਸ਼ਨ ਕੀਤੀ ਆ। ਸਬਜ਼ੀਆਂ ਅਸੀਂ ਪਹਿਲੇ ਸਿਰਫ ਚਾਵਲ ਔਰ ਗੰਦਮ ਤੇ ਕੰਮ ਕਰਦੇ ਸੀ, ਹੁਣ ਅਸੀਂ ਇੱਥੇ ਅੰਦਰ ਸਬਜ਼ੀਆਂ ਵੀ ਲਿਆਂਦੀਆਂ, ਬੇਮੌਸਮੀਆਂ ਸਬਜ਼ੀਆਂ ਅੱਗੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਟਮਾਟਰ ਲਗਾਏ ਆ, ਉਹਦੇ ਅੰਦਰ ਖੀਰਾ ਲਗਾਇਆ, ਫਿਰ ਇਸ ਤੋਂ ਅੱਗੇ ਅਸੀਂ ਹਾਈ ਇੰਟੈਂਸਿਟੀ ਜਿਹੜੀ ਆ ਗਵਾਵਾ ਅਮਰੂਦ ਦਾ ਬਾਗ ਲਗਾਇਆ ਹੋਇਆ। ਹਾਂਜੀ, ਇਸ ਤਰੀਕੇ ਨਾਲ ਮੁxtਲਿਫ ਅਸੀਂ ਨਾ ਜੀ ਹੁਣ ਫਸਲਾਤ ਤੇ ਕੰਮ ਕਰ ਰਹੇ ਹਾਂ। ਇਹ ਟਨਲ ਹੈ ਜੀ, ਇਹ ਬੇਮੌਸਮੀਆਂ ਸਬਜ਼ੀਆਂ ਨੇ ਜੀ, ਇਹ ਲਗਾਈਆਂ। ਟਮਾਟਰ ਲਗਾਇਆ ਹੋਇਆ, ਜਰਾ ਦੇਖ ਲਈਏ। ਜੀ ਜੀ।
ਅੱਛਾ, ਇਹਦੇ ਵਿੱਚ ਇਹ ਟਮਾਟਰ ਨੇ ਜੀ ਟਨਲ ਦੇ ਵਿੱਚ? ਇਹ ਸਰ F1 ਹਾਈਬ੍ਰਿਡ ਅਕਸਾਮ ਹੈਗੀਆਂ ਸੰਦਲ, ਇਹ ਸੰਦਲ ਕਿਸਮ ਹੈ ਟਮਾਟਰ ਦੀ। ਫੈਸਲਾਬਾਦ ਵਾਲਿਆਂ ਨੇ ਇਹ ਕੱਢੀ ਹੈ ਨਵੀਂ ਕਿਸਮ, ਬਹੁਤ ਹਾਈਲੀ ਪ੍ਰੋਡਕਟਿਵ ਹੈ। ਅੱਛਾ। ਇਹਦੇ ਤੇ 8 ਤੋਂ 9 ਫੁੱਟ ਤੱਕ ਇਹਦਾ ਇੱਥੇ ਤੱਕ ਇਹਦਾ ਕੱਦ ਜਾਏਗਾ ਔਰ ਇਹਨੂੰ ਰੱਸੀਆਂ ਦੇ ਜ਼ਰੀਏ ਅਸੀਂ ਹੈਂਗ ਕਰਾਂਗੇ। ਅੱਛਾ। ਔਰ ਇੱਕ ਪੌਦੇ ਤੋਂ 6 ਤੋਂ 7 ਕਿਲੋ ਤੱਕ ਜੀ ਇੱਕ ਬੇਲ ਤੋਂ ਨਾ ਜੀ ਪੈਦਾਵਾਰ ਅਸੀਂ ਇਹਦੀ ਹਾਸਲ ਕਰ ਸਕਦੇ ਹਾਂ। ਟਮਾਟਰ ਜੀ। ਇੱਕ ਪੌਦੇ ਤੋਂ? ਇੱਕ ਪੌਦੇ ਤੋਂ। ਅੱਛਾ। ਤੇ ਇਹ 810 ਪੌਦੇ ਇਸ ਟਨਲ ਦੇ ਅੰਦਰ ਲੱਗੇ ਹੋਏ ਆ। 11.5 ਮਰਲੇ ਦੀ ਇਹ ਟਨਲ ਹੈ। ਡਾਕਟਰ ਸਾਹਿਬ, ਇਹ ਟਮਾਟਰ ਲੱਗੇ ਨੇ ਜਿਹੜੇ, ਇਹ ਉਹੀ ਹੈ ਜਿਹਦੇ ਮੁਤਲਕ ਅਯੂਬ ਸੱਜ ਦੇ ਲੋਕ ਕਹਿ ਰਹੇ ਨੇ ਕਿ ਜਨਾਬ ਇਹ ਬੜਾ ਬੈਸਟ ਯੀਲਡਿੰਗ ਹੈ? ਜੀ ਜੀ, ਇਹ F1 ਹਾਈਬ੍ਰਿਡ ਸਾਰੇ ਵੈਰਾਈਟੀ ਹੈ ਤੇ ਇਹ ਤਕਰੀਬਨ 1.5 ਫੁੱਟ ਤੇ ਅਸੀਂ ਪੌਦਾ ਲਗਾਇਆ। ਇਹ ਇਸ ਨੂੰ ਅਸੀਂ ਨਾ ਜੀ ਤਾਰ ਲੋਹੇ ਦੀ ਲਗਾ ਕੇ ਉਹਦੇ ਨਾਲ ਸਪੋਰਟ ਦੇ ਕੇ ਇਹਨੂੰ ਉੱਪਰ ਅਸੀਂ ਹੈਂਗ ਕਰਾਂਗੇ ਰੱਸੀ ਦੇ ਜ਼ਰੀਏ। ਠੀਕ ਹੈ। ਤੇ ਇਹਦੇ 8 ਤੋਂ 10 ਫੁੱਟ ਤੱਕ ਵੀ ਇਹਦਾ ਕੱਦ ਹੋ ਜਾਂਦਾ ਹੈ। ਔਰ ਇੱਕ ਪੌਦੇ ਤੋਂ ਅਸੀਂ ਇਹਦੇ ਚੋਂ 6 ਤੋਂ 8 ਕਿਲੋ ਤੱਕ ਵੀ ਇਹ ਟਮਾਟਰ ਜਿਹੜਾ ਅਸੀਂ ਨੇ ਜੀ ਇਹਦੇ ਤੋਂ ਹਾਸਲ ਕਰ ਸਕਦੇ ਹਾਂ। ਇਹ ਬਹੁਤ ਹੀ ਹਾਈਲੀ ਪ੍ਰੋਡਕਟਿਵ ਹੈ, ਯਾਨੀ ਜਿਹੜਾ ਆਮ ਫੀਲਡ 'ਚ ਜ਼ਿਮੀਦਾਰ ਟਮਾਟਰ ਉਗਾਉਂਦਾ ਨਾ ਜੀ ਉਸ ਤੋਂ 3 ਟਾਈਮ ਇਹਦੀ ਪੈਦਾਵਾਰ ਜ਼ਿਆਦਾ ਹਾਸਲ ਕਰ ਸਕਦਾ। ਹਾਈ ਯੀਲਡਿੰਗ? ਹਾਈ ਯੀਲਡਿੰਗ। ਅੱਛਾ, ਮੈਂ ਦੇਖ ਰਿਹਾ ਦਰਮਿਆਨ 'ਚ ਜਾਲਾ ਜਿਹਾ ਬਣਿਆ, ਇਹ ਕਾਹਦਾ ਹੈ? ਇਹ ਸਰ ਖਾਦ ਦੀ ਵਜ੍ਹਾ ਨਾਲ ਨਾ ਜ਼ਮੀਨ ਦਾ ਕਲਰ ਥੋੜਾ ਚੇਂਜ ਹੋ ਜਾਂਦਾ। ਅੱਛਾ, ਜਿਹੜਾ ਤੁਸੀਂ ਦੱਸ ਰਹੇ ਹੋ ਅੰਦਰ, ਇਹ ਬੁਨਿਆਦੀ ਤੌਰ ਤੇ ਖਾਦ ਦੀ ਵਜ੍ਹਾ ਤੋਂ ਹੈ ਔਰ ਇਹ ਗੋਡੀ ਹੋ ਜਾਏਗੀ ਤੇ ਜੜੀ ਬੂਟੀ ਜਿਹੜੀ ਹੈ ਉਹ ਖਤਮ ਹੋ ਜਾਏਗੀ। ਖਤਮ ਹੋ ਜਾਏਗੀ। ਡਾਕਟਰ ਸਾਹਿਬ, ਕਿ ਇਹਦੇ ਨਾਲ ਦੀਆਂ ਕਿੰਨੀਆਂ ਟਨਲਸ ਲੱਗੀਆਂ ਨੇ ਇੱਥੇ? ਇੱਥੇ ਸਰ 3 ਟਨਲ 'ਚ ਅਸੀਂ ਟਮਾਟਰ ਲਗਾਇਆ ਤੇ 2 ਟਨਲ ਦੇ ਵਿੱਚ ਖੀਰਾ ਲਗਾਇਆ। ਅੱਛਾ। ਇਹ ਸਾਰੀਆਂ ਬੇਮੌਸਮੀ ਸਬਜ਼ੀਆਂ ਵਾ। ਐਕਚੁਅਲੀ ਇਹ ਗਰਮੀ ਦੇ ਮੌਸਮ ਦੀਆਂ, ਲੇਕਿਨ ਅਸੀਂ ਇਹਨਾਂ ਨੂੰ ਸਰਦੀ 'ਚ ਲਗਾਇਆ ਤਾਂ ਕਿ ਇਹਨਾਂ ਦੇ ਜਦੋਂ ਹਾਈ ਰੇਟ ਹੋਣਗੇ ਮਾਰਕੀਟ ਦੇ ਅੰਦਰ ਨਾ ਜੀ, ਉਹ ਅਸੀਂ ਰੇਟ ਹਾਸਲ ਕਰਾਂਗੇ। ਔਰ ਜਦੋਂ ਅਵੇਲੇਬਿਲਿਟੀ ਮਾਰਕੀਟ 'ਚ ਇਹਦੀ ਨਹੀਂ ਹੁੰਦੀ ਉਦੋਂ ਇਹ ਫਸਲ ਅਵੇਲੇਬਲ ਹੋਏਗੀ। ਇਸ ਦੇ ਨਾਲ ਰੇਟ ਆਮ ਲੋਕਾਂ ਨੂੰ ਯਾਨੀ ਬੇਮੌਸਮੀ ਸਬਜ਼ੀਆਂ ਬੇਮੌਸਮੀ ਹੈ ਸਰ? ਸਬਜ਼ੀਆਂ। ਮਤਲਬ ਇਹ ਬੁਨਿਆਦੀ ਤੌਰ ਤੇ ਗਵਰਨਮੈਂਟ ਆਫ ਪੰਜਾਬ ਜਿਹੜੀ ਹੈ, ਮੈਨੂੰ ਬੜੀ ਅੱਛੀ ਤਰ੍ਹਾਂ ਯਾਦ ਹੈ ਕਿ ਬੜੀ ਸਬਸਿਡੀ ਦਿੱਤੀ ਸੀ ਟਨਲਸ ਦੀ। ਜੀ ਜੀ ਤੇ ਅਜੇ ਵੀ ਮੇਰੇ ਖਿਆਲ ਚੱਲ ਰਹੀ ਹੈ ਥੋੜੀ ਜੀ। ਟਨਲ ਦੇ ਉੱਤੇ ਸਬਸਿਡੀ ਜੀ ਕਾਫੀ ਇਸ ਵਕਤ ਜ਼ਿਮੀਦਾਰ ਜਿਹੜਾ ਨਾ ਜੀ ਬਾਹਰ ਫੀਲਡ 'ਚ ਅਗਰ ਤੁਸੀਂ ਦੇਖੋਗੇ ਤਾਂ ਦੂਰ ਦੂਰ ਤੱਕ ਤੁਹਾਨੂੰ ਪਲਾਸਟਿਕ ਕਲਟੀਵੇਸ਼ਨ ਨਜ਼ਰ ਆਏਗੀ। ਬਹੁਤ ਜ਼ਿਆਦਾ ਟਨਲ ਤੇ ਲੋਕ ਆ ਗਏ ਨੇ ਜ਼ਿਮੀਦਾਰ, ਬਹੁਤ ਅਡਾਪਸ਼ਨ ਹੋਈ ਹੈ ਸਭ ਤੋਂ ਜ਼ਿਆਦਾ ਇਸ ਸਾਡੇ ਪ੍ਰੋਜੈਕਟ ਦੀ। ਜੀ, ਐਡੈਪਟਿਵ ਰਿਸਰਚ ਫਾਰਮਸ ਦੇ ਉੱਤੇ ਇਸ ਵੇਲੇ ਸਭ ਤੋਂ ਵੱਡਾ ਫੋਕਸ ਜਿਹੜਾ ਹੈ ਉਹ ਮੈਕਨਾਈਜੇਸ਼ਨ ਦਾ ਹੈ। ਐਗਰੀਕਲਚਰ ਦੇ ਵਿੱਚ ਮਸ਼ੀਨਰੀ ਦਾ ਇਸਤੇਮਾਲ। ਇੱਕ ਵਕਤ ਸੀ ਕਿ ਅਸੀਂ ਮਸ਼ੀਨਰੀ ਦੇ ਇਸਤੇਮਾਲ ਨੂੰ ਸਿਰਫ ਟਰੈਕਟਰਸ ਦੇ ਜ਼ਰੀਏ ਸਮਝਦੇ ਸਾਂ। ਦੈਟ ਵਾਜ਼ ਏ ਟਰੈਕਟਰਾਈਜੇਸ਼ਨ, ਲੇਕਿਨ ਟਰੂ ਵਰਡ ਮੈਕਨਾਈਜੇਸ਼ਨ ਹੈ, ਇੰਜੀਨੀਅਰਿੰਗ ਮੈਕਨਾਈਜੇਸ਼ਨ। ਮੈਂ ਇਹ ਸਮਝਦਾ ਵਾਂ ਕਿ ਸਾਡੇ ਮੁੰਜੀ ਲਾਉਣ ਵਾਸਤੇ, ਲਾਭ ਲਾਉਣ ਵਾਸਤੇ, ਟਰਾਂਸਫਰ, ਇਹ ਬੜਾ ਔਖਾ ਕੰਮ ਹੈ ਕਿ ਜਦੋਂ ਲਾਭੇ ਨਹੀਂ ਲੱਭਦੇ, ਵਕਤ ਥੋੜਾ ਰਹਿ ਗਿਆ ਹੁੰਦਾ ਹੈ ਔਰ ਮਖਸੂਸ ਵਕਤ ਦੇ ਵਿੱਚ ਲਾਭਿਆਂ ਦੀ ਅਵੇਲੇਬਿਲਟੀ ਨਾ ਹੁੰਦੀ ਹੋਵੇ ਤਾਂ ਪੌਦਿਆਂ ਦੀ ਤਾਦਾਦ ਕਦੀ ਪੂਰੀ ਨਹੀਂ ਹੋਈ। ਔਰ ਫੀ ਏਕੜ ਪੈਦਾਵਾਰ ਵਾਸਤੇ ਪੌਦਿਆਂ ਦੀ ਤਾਦਾਦ ਦਾ ਜ਼ਰੂਰ ਪੂਰਾ ਹੋਣਾ ਬੜੀ ਅਹਿਮ ਗੱਲ ਹੈ। ਗੱਲ ਕਰਾਂਗੇ ਉਸਮਾਨ ਹਸਨ ਸਾਹਿਬ ਨਾਲ, ਜਿਹੜੇ ਕਿ ਐਗਰੀਕਲਚਰ ਇੰਜੀਨੀਅਰ ਵੀ ਨੇ ਔਰ ਇੱਥੇ ਇੰਜੀਨੀਅਰਿੰਗ ਸੈਕਸ਼ਨ ਨੂੰ ਦੇਖ ਰਹੇ ਨੇ। ਜੀ ਸਰ, ਬੀਇੰਗ ਐਨ ਇੰਜੀਨੀਅਰ, ਅਡੈਪਟਿਵ ਰਿਸਰਚ ਦੇ ਤੁਸੀਂ ਕੰਮ ਕਰ ਰਹੇ ਹੋ ਤੇ ਮੈਂ ਜਾਣਨਾ ਚਾਹਾਂਗਾ ਕਿ ਅਡੈਪਟਿਵ ਰਿਸਰਚ ਦੇ ਵਿੱਚ ਮੈਕਨਾਈਜੇਸ਼ਨ ਨੂੰ ਕਿੰਝ ਲੈ ਕੇ ਚੱਲ ਰਹੇ ਹੋ? ਜੀ ਬਹੁਤ ਸ਼ੁਕਰੀਆ। ਸਭ ਤੋਂ ਪਹਿਲੇ ਮੈਂ ਸਈਦ ਮੁਗਲ ਸਾਹਿਬ ਤੇ ਤੁਹਾਡੀ ਪੂਰੀ ਟੀਮ PNN ਨੂੰ ਅਡੈਪਟਿਵ ਰਿਸਰਚ ਫਾਰਮ ਦੇ ਵਿੱਚ ਖੁਸ਼ ਆਮਦੀਦ ਕਹਿੰਦਾ ਵਾਂ। ਥੈਂਕ ਯੂ। ਐਗਰੀਕਲਚਰ ਇੰਜੀਨੀਅਰਿੰਗ ਦੇ ਹਵਾਲੇ ਨਾਲ ਮੈਕਨਾਈਜੇਸ਼ਨ ਅੱਜ ਕੱਲ੍ਹ ਬਹੁਤ ਬੜਾ ਇਹਦਾ ਕਿਰਦਾਰ ਹੈਗਾ। ਫਸਲਾਂ ਦੀ ਮਸ਼ੀਨੀ ਕਾਸ਼ਤ, ਕਟਾਈ, ਮੁਖਤਲਿਫ ਮਰਾਹਲ ਦੇ ਵਿੱਚ ਉਹਦੀ ਦੇਖਭਾਲ ਦੇ ਵਿੱਚ ਮਸ਼ੀਨੀ ਕਾਸ਼ਤ ਬੜੀ ਜ਼ਰੂਰੀ ਹੈਗੀ ਹੈ। ਸਾਡਾ ਚੂੰਕਿ ਸ਼ੇਖੂਪੁਰਾ ਜ਼ੋਨ ਜਿਹੜਾ ਹੈਗਾ ਇਹ ਮੂੰਜੀ ਤੇ ਗੰਦਮ ਦਾ ਜ਼ੋਨ ਹੈਗਾ। ਇਹਦੇ ਵਿੱਚ ਮੂੰਜੀ ਦੀ ਫਸਲ ਦੇ ਕੁਝ ਮਸਾਇਲ ਨੇ ਜਿਹੜੇ ਕਿ ਸਭ ਤੋਂ ਪਹਿਲਾ ਨੰਬਰ ਤੇ ਮਸਾਇਲ ਹੈ। ਇੱਕ ਤਾਂ ਇਹਦੀ ਪੌਦਿਆਂ ਦੀ ਤਾਦਾਦ ਨਹੀਂ ਪੂਰੀ ਹੁੰਦੀ ਸਾਡੀ ਪੈਲੀ ਦੇ ਵਿੱਚ, ਤੇ ਦੂਸਰਾ ਹੈਗਾ ਕਿ ਸਾਡੇ ਕੋਲ ਲੇਬਰ ਅਵੇਲੇਬਲ ਨਹੀਂ ਹੈ, ਲਾਭੇ ਜਿਹੜੇ ਦਸਤਿਆਬ ਨਹੀਂ ਹੈਗੇ ਇਹ ਮੂੰਜੀ ਵਗੈਰਾ ਨੂੰ ਲਾਉਣ ਵਾਸਤੇ। ਤੇ ਇਹਨਾਂ ਦੋਨਾਂ ਮਸਾਇਲ ਨੂੰ ਹੱਲ ਕਰਨ ਵਾਸਤੇ ਸਾਡੀ ਜਿਹੜੀ ਮਸ਼ੀਨੀ ਕਾਸ਼ਤ ਹੈ ਨਾ ਜੀ ਇਹਦੀ ਮੂੰਜੀ ਦੀ, ਉਹਦੇ ਵਾਸਤੇ ਸਾਡੇ ਕੋਲ ਰਾਈਸ ਟਰਾਂਸਪਲਾਂਟਰ ਜਿਹੜਾ ਹੈ ਨਾ ਜੀ ਇੱਕ ਆਪਸ਼ਨ ਆ ਗਿਆ। ਇਹ ਜਿਹੜੀ ਮਸ਼ੀਨ ਹੈ ਨਾ ਜੀ ਇਹਨੇ ਸਾਡੇ ਦੋਵੇਂ ਮਸਾਇਲ ਨੂੰ ਹੱਲ ਕੀਤਾ ਹੈ। ਇਹਦੇ ਨਾਲ ਇਹ ਮਸ਼ੀਨ ਦਿਖਾ ਦਿੱਤੀ ਜਾਏ ਕਿ ਇਹਦੀ ਇਕਨੋਮਿਕ ਐਕਟੀਵਿਟੀ ਵੀ ਡਿਸਕਸ ਕਰ ਲਈਏ। ਜੀ ਜੀ ਬਿਲਕੁਲ। ਇਹ ਜਿਹੜੀ ਮਸ਼ੀਨ ਹੈ ਨਾ ਜੀ ਇਹਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੁੰਦਾ ਹੈ ਕਿ ਤੁਸੀਂ ਪੌਦੇ ਤੋਂ ਪੌਦੇ ਦਾ ਫਾਸਲਾ ਤਬਦੀਲ ਕਰਕੇ ਤੁਸੀਂ ਆਪਣੇ ਪੌਦਿਆਂ ਦੀ ਤਾਦਾਦ ਨੂੰ ਵੱਧ ਘੱਟ ਕਰ ਸਕਦੇ ਹੋ। ਤੁਸੀਂ ਜਿਹੜੀ ਤੁਹਾਡੀ ਰਿਕਮੈਂਡਡ ਤੁਹਾਡੀ ਤਾਦਾਦ ਹੈ ਪੌਦਿਆਂ ਦੀ 80,000 ਪੌਦਾ, ਉਹ ਸੁਰਾਖ ਜਿਹੜੇ ਨੇ 80,000 ਤੁਸੀਂ ਇਹਦੇ ਨਾਲ ਮੈਨੇਜ ਕਰ ਸਕਦੇ ਜੇ।
ਉਸ ਤੋਂ ਬਾਅਦ ਬਾਕੀ ਉਹਦੇ ਵਿੱਚ ਆਪਸ਼ਨ ਹੁੰਦਾ ਕਿ ਤੁਹਾਡੇ 100 'ਚ 2 ਪੌਦੇ ਆ ਰਹੇ 3 ਪੌਦੇ ਆ ਰਹੇ, ਉਹਦੇ ਨਾਲ ਤੁਹਾਡੀ 80,000 ਜਿਹੜੀ ਪੌਦੇ ਦੀ ਤਾਦਾਦ ਪੂਰੀ ਹੋ ਜਾਂਦੀ ਹੈ। ਦੂਸਰਾ ਜਿਹੜਾ ਮਸਲਾ ਸਾਡੀ ਲੇਬਰ ਦੀ ਤਾਦਾਦ ਲੇਬਰ ਲਾਭੇ ਦੀ ਸ਼ਾਰਟੇਜ ਹੈਗੀ ਹੈ। ਮਸਲਾ ਇਹ ਹੀ ਹੈ ਕਿ ਸਾਡੀ ਇੰਡਸਟਰੀਅਲ ਚਲੇ ਗਏ ਨਹੀਂ, ਸਾਰੀ ਲੇਬਰ ਅਵੇਲੇਬਲ ਨਹੀਂ, ਦਸਤਿਆਬ ਨਹੀਂ ਹੈਗੀ, ਫਿਰ ਜਿਹੜੀ ਇਹ ਲੇਬਰ ਹੈ ਮਹਿੰਗੀ ਵੀ ਹੈਗੀ ਹੈ। ਤਾਂ ਉਹਦੇ ਵਾਸਤੇ ਇਹ ਜਿਹੜੀ ਮਸ਼ੀਨਾਂ ਨੇ ਸਾਡੀ ਜਿਹੜਾ ਵੀ ਕੋਈ ਸਾਡੀ ਟਾਸਕ ਹੈਗੀ ਹੈ ਉਹਨੂੰ ਥੋੜ੍ਹੇ ਵਕਤ ਦੇ ਵਿੱਚ ਕਰਨ ਦੀ ਆਪਣਾ ਸਲਾਹੀਅਤ ਰੱਖਦੇ ਆ। ਅੱਛਾ, ਇਹ ਦੱਸੋ ਕਿ ਇਹ ਦਿਹਾੜੀ 'ਚ ਕਿੰਨੇ ਕਿੱਲੇ ਲਾਭ ਲਾ ਲੈਂਦੀ ਹੈ? ਸਰ ਇਹ ਆਪਣਾ ਇਹਦਾ ਜਿਹੜੀ ਵੈਸੇ ਟਾਈਮਿੰਗ ਹੈਗੀ ਆ 1 ਘੰਟੇ 'ਚ 1 ਕਿੱਲਾ ਲਗਾ ਦਿੰਦਾ ਹੈ, ਤਾਂ ਤੁਸੀਂ 14-15 ਕਿੱਲੇ ਈਜ਼ੀਲੀ ਮੈਨੇਜ ਕਰ ਸਕਦੇ ਹੋ ਪੂਰੇ ਦਿਨ ਦੇ ਵਿੱਚ। ਅੱਛਾ ਚਲੋ, ਭੈੜੇ ਹਾਲਾਂ 'ਚ 12 ਕਿੱਲੇ ਵੀ ਲਾ ਦੇ, ਪੈਟਰੋਲ ਕਿੰਨਾ ਜਾਂ ਡੀਜ਼ਲ ਕਿੰਨਾ ਬਾਲਦੀ ਹੈ? ਇਹ ਸਰ ਡੀਜ਼ਲ ਇੰਜਨ ਹੈਗਾ, ਯਾਨਮਰ ਰਾਈਡਿੰਗ ਟਾਈਪ ਟਰਾਂਸਪਲਾਂਟਰ ਹੈ। 1 ਘੰਟੇ ਦੇ ਵਿੱਚ 2 ਲੀਟਰ ਲੈਂਦੀ ਹੈ, ਤੇ ਯਾਨੀ 2 ਲੀਟਰ 'ਚ ਤੁਸੀਂ ਆਪਣਾ ਕਿੱਲਾ ਈਜ਼ੀ ਲਾ ਦਿੰਦੇ ਹੋ। ਤੇ 12-13 ਕਿੱਲੇ ਖਰਾਬ ਤੋਂ ਖਰਾਬ ਕੰਡੀਸ਼ਨਸ ਦੇ ਵਿੱਚ ਵੀ ਦਿਨ ਦੇ ਵਿੱਚ ਅਗਰ ਤੁਸੀਂ ਮੈਨੇਜ ਕਰ ਸਕੋ, ਕਮ ਸੇ ਕਮ 12-13 ਕਿੱਲੇ ਤੁਸੀਂ ਮੈਨੇਜ ਕਰ ਸਕਦੇ ਹੋ। ਤੇ ਮਤਲਬ ਕਿ 24-25 ਲੀਟਰ ਦੇ ਤੁਸੀਂ ਆਪਣੇ 12-13 ਕਿੱਲੇ ਜਿਹੜੀ ਦਿਨ ਦੇ ਵਿੱਚ ਬਿਜਾਈ ਕਰ ਸਕਦੇ ਅੱਛਾ, ਇਹ ਮਸ਼ੀਨ ਹੈ ਕਿੰਨੇ ਦੀ? ਇਹ ਮਸ਼ੀਨ ਹੈ ਸਰ 33 ਤੋਂ 34 ਲੱਖ ਰੁਪਏ ਦੀ ਮਸ਼ੀਨ ਹੈ। ਇਹ ਜੈਪਨੀਜ਼ ਟੈਕਨੋਲੋਜੀ ਹੈ, ਯਾਨਮਾਰ ਬ੍ਰਾਂਡ ਹੈਗਾ, ਤੇ ਇਹ ਇੰਪੋਰਟੈਂਟ। ਅੱਛਾ, ਇਹ ਫਰਮਾਓ ਕਿ ਲਾਭੇ ਜਿਹੜੇ ਨੇ ਉਹ ਮਤਲਬ ਕਿੰਨੇ ਇੱਥੇ ਕੀ ਲਾਭਿਆਂ ਦੀ ਕੀਮਤ ਕੀ ਚੱਲਦੀ ਹੈ, ਵੀ ਕਿੰਨੇ ਪੈਸੇ ਦੇਣੇ ਪੈਂਦੇ ਨੇ ਕਿੱਲੇ ਦੇ? ਇੱਥੇ ਸਰ ਲਾਭਿਆਂ ਨੂੰ 5 ਤੋਂ 6,000 ਰੁਪਏ ਦੇਣਾ ਪੈਂਦਾ ਲਵਾਈ ਪਟਾਈ ਦਾ। ਉਸ ਤੋਂ ਬਾਅਦ ਇਹ ਖਰਚਾ ਹੈ ਜਿੰਨੇ ਕਿੱਲੇ ਹੈ। ਫਿਰ ਇਹ ਦੂਸਰਾ ਮੇਨ ਹੈਗਾ ਕਿ ਇਹਦੇ ਸੁਸਤ ਜਿਹੜਾ ਇਹਦਾ ਅਮਲ ਹੈਗਾ ਲਾਭਿਆਂ ਦੇ ਜ਼ਰੀਏ ਬਹੁਤ ਘੱਟ ਇਹ ਏਕੜ 'ਚ ਕਵਰ ਕਰਦੇ ਨੇ। ਉਸੇ ਜਗ੍ਹਾ ਅਸੀਂ ਇਹਨੂੰ ਅਗਰ ਆਪਾਂ ਕੰਪੈਰੀਜ਼ਨ ਕਰੀਏ, ਮਸ਼ੀਨ ਸਾਡੇ 12-13 ਕਿੱਲੇ ਈਜ਼ੀਲੀ ਮੈਨੇਜ ਕਰ ਦਿੰਦੀ ਹੈ। ਸਾਡੀ ਜਿਹੜੀ ਮੂੰਜੀ ਦੀ ਜਿਹੜੀ ਹੈਗੀ ਕਾਸ਼ਤ ਉਹ ਬਹੁਤ ਅਸੀਂ ਤੇਜ਼ ਰਫ਼ਤਾਰੀ ਦੇ ਨਾਲ ਅਸੀਂ ਮੁਕੰਮਲ ਕਰ ਸਕਦੇ ਹਾਂ। ਬਿਲਕੁਲ ਠੀਕ ਫਰਮਾਇਆ ਉਸਮਾਨ ਸਾਹਿਬ ਨੇ ਕਿ ਸਾਡੇ ਮੈਂ ਸਮਝਦਾ ਹਾਂ ਕਿ ਪਿਛਲੇ ਸਾਲ ਵੀ ਔਰ ਉਸ ਤੋਂ ਪਿਛਲੇ ਸਾਲ ਵੀ ਟਰਾਇਲਸ ਲੱਗੇ ਔਰ ਬੜੇ ਹੌਸਲਾ ਅਫਜ਼ਾ ਟਰਾਇਲਸ ਨੇ। ਔਰ ਸ਼ੇਖੂਪੁਰੇ ਦੇ ਵਿੱਚ ਜਿਵੇਂ ਦੱਸ ਰਹੇ ਨੇ ਮਸ਼ੀਨ ਜਿਹੜੀ ਹੈ ਇਹ 12 ਕਿੱਲੇ ਵੀ ਲਾਵੇ ਤੇ 2 ਲੀਟਰ ਤੇਲ ਅਗਰ ਇਸਤੇਮਾਲ ਕਰ ਲੈਂਦੀ ਹੈ ਘੰਟੇ ਦੇ ਵਿੱਚ ਤੇ ਕੋਈ ਕੀਮਤ ਨਹੀਂ। ਔਰ ਅਗਰ ਜਿੰਨੀ ਕੀਮਤ ਇਹਨਾਂ ਮਸ਼ੀਨ ਦੀ ਦੱਸੀ ਹੈ ਤੇ 2-3 ਸਾਲਾਂ 'ਚ ਹੀ ਪੂਰੀ ਹੋ ਜਾਂਦੀ ਹੈ। ਸਾਲ ਦੇ 30 ਦਿਨ ਵੀ ਲੱਗ ਜਾਣ ਤੇ ਬੜੇ ਪੈਸੇ ਨੇ। ਥੈਂਕ ਯੂ ਵੈਰੀ ਮਚ। ਪਾਕਿਸਤਾਨ ਦੇ ਜ਼ਰਾਅਤ ਨੂੰ ਬਿਹਤਰ ਕਰ ਲੈਣ ਲਈ ਸਾਡੀ ਵੀ ਬਚਤ ਹੈ ਔਰ ਕੌਮੀ ਬਚਤ ਵੀ ਹੈ ਔਰ ਫੂਡ ਸਿਕਿਉਰਿਟੀ ਵੀ ਹੈ ਔਰ ਪੂਰੀ ਦੁਨੀਆ ਵਾਸਤੇ ਮੈਂ ਸਮਝਦਾ ਹਾਂ ਕਿ ਅਸੀਂ ਇੱਕ ਅਹਿਮ ਮੁਲਕ ਸਾਬਤ ਹੋ ਸਕਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦਾ ਵਕਤ ਖਤਮ ਹੁੰਦਾ ਹੈ। ਖੁਸ਼ ਰਹੋ, ਆਬਾਦ ਰਹੋ। ਆਪਣੇ ਮੇਜ਼ਬਾਨ ਸਈਦ ਮੁਗਲ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।